ਸਟਾਰਟ ਕਰਦੇ ਹਾਂ। ਚੈਟ ਬਾਕਸ ਦੇ ਵਿੱਚ ਹੀ ਤੁਸੀਂ ਆਨਸਰ ਦੇਣਾ ਹੈ, ਜੋ ਵੀ ਕੁਐਸਚਨ ਦਾ ਆਨਸਰ ਹੋਏਗਾ, ਠੀਕ ਹੈ। ਔਰ ਐਂਡ ਤੇ ਦੱਸਿਓ ਕਿ ਕਿੰਨੇ ਤੁਹਾਡੇ ਆਨਸਰ ਸਹੀ ਗਏ ਆ। ਫਰਸਟ ਕੁਐਸਚਨ ਹੈ, which features of Indian Constitution has borrowed from Germany? Option A ਹੈ provision concerning suspension of fundamental right during national emergency. Option B ਹੈ idea of federation. Option C ਹੈ fundamental duties. Option D ਹੈ fundamental rights. ਪੰਜਾਬੀ ਦੇ ਵਿੱਚ ਹੈ, ਭਾਰਤੀ ਸੰਵਿਧਾਨ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਨੂੰ ਜਰਮਨੀ ਤੋਂ ਉਧਾਰ ਲਿਆ ਗਿਆ ਹੈ। ਆਪਸ਼ਨ ਏ ਹੈ ਰਾਸ਼ਟਰੀ ਐਮਰਜੈਂਸੀ ਦੌਰਾਨ ਮੌਲਿਕ ਅਧਿਕਾਰਾਂ ਨੂੰ ਮੁਲਤਵੀ ਕਰਨ ਨਾਲ ਸੰਬੰਧਿਤ ਵਿਵਸਥਾ। ਆਪਸ਼ਨ ਬੀ ਹੈ ਫੈਡਰੇਸ਼ਨ ਦਾ ਵਿਚਾਰ, ਮਤਲਬ ਸੰਘਵਾਦ ਦਾ ਵਿਚਾਰ। ਆਪਸ਼ਨ ਸੀ ਹੈ ਬੁਨਿਆਦੀ ਕਰਤੱਵ। ਆਪਸ਼ਨ ਡੀ ਹੈ ਮੌਲਿਕ ਅਧਿਕਾਰ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਏ। ਜਰਮਨੀ ਤੋਂ ਭਾਰਤੀ ਸੰਵਿਧਾਨ ਨੇ ਰਾਸ਼ਟਰੀ ਐਮਰਜੈਂਸੀ ਦੌਰਾਨ ਜੋ ਹੈ ਮੌਲਿਕ ਅਧਿਕਾਰਾਂ ਨੂੰ ਮਤਲਬ ਮੁਲਤਵੀ ਕਰਨ ਦਾ ਜੋ ਵਿਵਸਥਾ ਹੈ ਉਹ ਜਰਮਨੀ ਤੋਂ ਲਈ ਗਈ ਹੈ। ਇਸ ਤੋਂ ਇਲਾਵਾ ਜਰਮਨੀ ਤੋਂ ਹੋਰ ਕੀ ਲਿਆ ਗਿਆ ਹੈ? ਸਿਰਫ ਇਹੀ ਲਿਆ ਗਿਆ ਹੈ ਜਰਮਨੀ ਤੋਂ। ਜਰਮਨੀ ਦੇ ਸੰਵਿਧਾਨ ਨੂੰ ਵਾਈਮਰ ਸੰਵਿਧਾਨ ਕਿਹਾ ਗਿਆ, ਠੀਕ ਹੈ, ਵਾਈਮਰ। ਓਕੇ, ਬਾਕੀ ਨੈਕਸਟ ਕੁਐਸਚਨ ਦੇਖਦੇ ਹਾਂ। Executive is responsible to legislature. The above feature of Indian Constitution is true and false. ਕਾਰਜਕਾਰੀ ਵਿਧਾਨ ਸਭਾ ਲਈ ਜ਼ਿੰਮੇਵਾਰ ਹੈ। ਭਾਰਤੀ ਸੰਵਿਧਾਨ ਦੀਆਂ ਉਪਰੋਕਤ ਵਿਸ਼ੇਸ਼ਤਾਵਾਂ ਸਹੀ ਹਨ ਜਾਂ ਗਲਤ? ਸੋ ਇਸ ਦਾ ਰਾਈਟ ਆਨਸਰ ਆਪਸ਼ਨ ਏ ਹੈ, ਟਰੂ ਨੇ। ਨੈਕਸਟ ਕੁਐਸਚਨ ਹੈ, parliamentary system of Indian Constitution is taken from which country? Option A है US, option B है British, option C है कनाडा, option D है रशिया। ਭਾਰਤੀ ਸੰਵਿਧਾਨ ਦੀ ਜੋ ਸੰਸਦੀ ਪ੍ਰਣਾਲੀ ਹੈ ਉਹ ਕਿਸ ਦੇਸ਼ ਤੋਂ ਲਈ ਗਈ ਹੈ? ਆਪਸ਼ਨ ਏ ਹੈ USA, ਆਪਸ਼ਨ ਬੀ ਹੈ ਬ੍ਰਿਟਿਸ਼ ਮਤਲਬ ਬ੍ਰਿਟੇਨ, ਆਪਸ਼ਨ ਸੀ ਹੈ ਕੈਨੇਡਾ, ਆਪਸ਼ਨ ਡੀ ਹੈ ਰੂਸ। ਸੋ ਇਸ ਦਾ ਰਾਈਟ ਆਨਸਰ ਹੋ ਜਾਂਦਾ ਆਪਸ਼ਨ ਬੀ ਹੈ ਬ੍ਰਿਟਿਸ਼। ਇਸ ਤੋਂ ਇਲਾਵਾ ਬ੍ਰਿਟੇਨ ਤੋਂ ਕੀ ਲਿਆ ਗਿਆ ਹੈ ਕਿ ਸਭ ਤੋਂ ਵੱਧ ਵੋਟਾਂ ਦੇ ਆਧਾਰ ਤੇ ਜਿੱਤ ਦਾ ਫੈਸਲਾ। ਆਪਾਂ ਦੇਖਦੇ ਹਾਂ ਨਾ, ਵੋਟਿੰਗ ਕਰਦੇ ਹਾਂ, ਕੌਣ MLA ਬਣੇਗਾ, ਕੌਣ MP ਬਣੇਗਾ, ਉਹ ਸਭ ਤੋਂ ਵੱਧ ਵੋਟਾਂ ਦੇ ਆਧਾਰ ਤੇ ਜਿੱਤ ਦਾ ਫੈਸਲਾ ਜੋ ਹੈ ਉਹ ਵੀ ਬ੍ਰਿਟੇਨ ਤੋਂ ਲਿਆ ਗਿਆ। ਇਸ ਤੋਂ ਇਲਾਵਾ ਕਾਨੂੰਨ ਦਾ ਸ਼ਾਸਨ, ਰੂਲ ਆਫ ਲਾਅ, ਵਿਧਾਨਿਕ ਪ੍ਰਕਿਰਿਆ, ਸਿੰਗਲ ਸਿਟੀਜ਼ਨਸ਼ਿਪ, ਮੰਤਰੀ ਮੰਡਲ ਪ੍ਰਣਾਲੀ, ਸੰਸਦੀ ਵਿਸ਼ੇਸ਼ ਅਧਿਕਾਰ, ਦੋ ਸਦਨੀ ਵਿਵਸਥਾ ਮਤਲਬ ਲੋਕ ਸਭਾ ਔਰ ਰਾਜ ਸਭਾ। ਉਵੇਂ ਬ੍ਰਿਟੇਨ ਦੇ ਵਿੱਚ ਹੈ ਅਪਰ ਹਾਊਸ, ਲੋਅਰ ਹਾਊਸ, ਹਾਊਸ ਆਫ ਕਾਮਨ ਔਰ ਹਾਊਸ ਆਫ ਲੋਰਡ ਬ੍ਰਿਟੇਨ ਦੇ ਵਿੱਚ ਆ। ਕਾਨੂੰਨ ਨਿਰਮਾਣ ਦੀ ਵਿਧੀ ਮਤਲਬ ਕਾਨੂੰਨ ਕਿਵੇਂ ਬਣੇਗਾ, ਉਹ ਵੀ ਵਿਧੀ ਜੋ ਹੈ ਆਪਾਂ ਬ੍ਰਿਟੇਨ ਤੋਂ ਲਈ ਹੈ। ਵਿਧਾਇਕਾਂ ਦੇ ਸਪੀਕਰ ਦਾ ਪਦ ਮਤਲਬ ਜੋ ਵਿਧਾਨ ਸਭਾ ਵਿੱਚ ਸਪੀਕਰ ਬੈਠਦਾ ਹੈ ਜਾਂ ਲੋਕ ਸਭਾ ਵਿੱਚ ਸਪੀਕਰ ਬੈਠਦਾ ਹੈ, ਉਸ ਦਾ ਪਦ ਕਿਵੇਂ ਉਸ ਨੂੰ ਚੁਣਿਆ ਜਾਂਦਾ ਹੈ, ਉਸ ਦੀ ਕੀ ਭੂਮਿਕਾ ਹੋਵੇਗੀ, ਉਹ ਵੀ ਆਪਾਂ ਬ੍ਰਿਟੇਨ ਤੋਂ ਲਈ ਹੈ। ਨੈਕਸਟ ਕੁਐਸਚਨ ਦੇਖਦੇ ਹਾਂ। The scheme of Indian Federation is in Indian Constitution taken from? ਮਤਲਬ ਭਾਰਤੀ ਸੰਵਿਧਾਨ ਵਿੱਚ ਜੋ ਭਾਰਤੀ ਸੰਘ ਦੀ ਯੋਜਨਾ ਨੂੰ ਲਿਆ ਗਿਆ ਹੈ ਕਿਸ ਦੇਸ਼ ਤੋਂ ਲਿਆ ਗਿਆ? ਆਪਸ਼ਨ ਏ ਹੈ USA, ਆਪਸ਼ਨ ਬੀ ਹੈ ਕੈਨੇਡਾ, ਆਪਸ਼ਨ ਸੀ ਹੈ UK ਮਤਲਬ ਯੂਨਾਈਟਿਡ ਕਿੰਗਡਮ, ਆਪਸ਼ਨ ਡੀ ਹੈ ਆਇਰਲੈਂਡ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਬੀ ਕੈਨੇਡਾ। ਕੈਨੇਡਾ ਤੋਂ ਹੋਰ ਆਪਾਂ ਕੀ ਲਿਆ? ਕੈਨੇਡਾ ਤੋਂ ਇੱਕ ਸ਼ਕਤੀਸ਼ਾਲੀ ਕੇਂਦਰ ਦੀ ਵਿਵਸਥਾ ਤਾਂ ਲਈ ਹੈ ਆਪਾਂ। ਉਸ ਤੋਂ ਇਲਾਵਾ ਆਪਾਂ ਜੋ ਅਵਰਗੀਕ੍ਰਿਤ ਸ਼ਕਤੀਆਂ ਨੇ, ਮਤਲਬ ਜੋ ਸ਼ਕਤੀਆਂ ਨਾ ਤਾਂ ਸੰਘੀ ਸੂਚੀ ਵਿੱਚ ਨੇ, ਨਾ ਸਾਮਵਰਤੀ ਸੂਚੀ ਵਿੱਚ ਨੇ, ਨਾ ਰਾਜ ਸੂਚੀ ਵਿੱਚ ਨੇ, ਉਹ ਵੀ ਸ਼ਕਤੀਆਂ ਜੋ ਕੇਂਦਰ ਦੇ ਵਿੱਚ ਸ਼ਾਮਿਲ ਹੋਣਗੀਆਂ ਉਹ ਵੀ ਆਪਾਂ ਕੈਨੇਡਾ ਤੋਂ ਲਈਆਂ। ਕੇਂਦਰ ਦੁਆਰਾ ਜੋ ਰਾਜਾਂ ਦੇ ਰਾਜਪਾਲ ਨਿਯੁਕਤ ਕੀਤੇ ਜਾਂਦੇ ਆ, ਮਤਲਬ ਜੋ ਗਵਰਨਰ ਨਿਯੁਕਤ ਕੀਤੇ ਜਾਂਦੇ ਆ, ਉਹ ਵੀ ਨਿਯੁਕਤੀ ਵਾਲਾ ਆਪਾਂ ਜੋ ਹੈ ਕੈਨੇਡਾ ਤੋਂ ਲਿਆ ਗਿਆ ਹੈ। ਇਸ ਤੋਂ ਇਲਾਵਾ ਸੁਪਰੀਮ ਕੋਰਟ ਦੀ ਇੱਕ ਸਲਾਹਕਾਰੀ ਜੋ ਨਿਆਂ ਨਿਰਣਾ ਸ਼ਕਤੀ ਹੈ ਉਹ ਵੀ ਆਪਾਂ ਕੈਨੇਡਾ ਤੋਂ ਲਈ ਹੈ। ਕਈ ਵਾਰੀ ਐਵੇਂ ਹੁੰਦਾ ਨਾ ਕਿ ਰਾਸ਼ਟਰਪਤੀ ਜੋ ਹੈ ਸੁਪਰੀਮ ਕੋਰਟ ਤੋਂ ਸਲਾਹ ਮੰਗਦਾ ਹੈ। ਸੋ ਇੱਕ ਵਾਰੀ ਤਾਂ ਇੱਕ ਕੰਡੀਸ਼ਨ ਇਹ ਹੈ ਕਿ ਸੁਪਰੀਮ ਕੋਰਟ ਨੂੰ ਸਲਾਹ ਦੇਣਾ ਜ਼ਰੂਰੀ ਹੈ, ਔਰ ਇੱਕ ਕੰਡੀਸ਼ਨ ਇਹ ਹੈ ਕਿ ਸੁਪਰੀਮ ਕੋਰਟ ਸਲਾਹ ਦੇ ਵੀ ਸਕਦਾ ਹੈ ਔਰ ਮਨਾ ਵੀ ਕਰ ਸਕਦਾ ਹੈ। ਸਲਾਹ ਦੇਣ ਵਿੱਚ ਮਨਾ ਕਿੱਥੇ ਕਰ ਸਕਦਾ ਹੈ? ਜਦੋਂ ਕੋਈ ਕਾਨੂੰਨ ਦੇ ਉੱਪਰ ਕੋਈ ਬਹਿਸ ਵਗੈਰਾ ਚੱਲ ਰਹੀ ਹੈ, ਲੇਕਿਨ ਉੱਥੇ ਸਲਾਹ ਦੇਣੀ ਉਹਨੂੰ ਜ਼ਰੂਰੀ ਹੈ
ਜੋ ਸੰਵਿਧਾਨ ਬਣਨ ਤੋਂ ਪਹਿਲਾਂ ਕੋਈ ਅੰਤਰਰਾਸ਼ਟਰੀ ਸੰਧੀ ਹੋਈ ਹੈ ਜਾਂ ਕਾਨੂੰਨ ਬਣੇ ਹੋਏ ਸੀ, ਉੱਥੇ ਕੀ ਹੈ, ਸੁਪਰੀਮ ਕੋਰਟ ਨੂੰ ਸਲਾਹ ਦੇਣਾ ਰਾਸ਼ਟਰਪਤੀ ਲਈ ਜ਼ਰੂਰੀ ਕੀਤਾ ਹੋਇਆ। ਨੈਕਸਟ ਕੁਐਸਚਨ ਹੈ 5th ਕੁਐਸਚਨ, ਦੀ ਕਾਮਨ ਫੀਚਰ ਆਫ ਇੰਡੀਅਨ ਐਂਡ ਅਮਰੀਕਨ ਫੈਡਰੇਸ਼ਨ ਇਜ਼, ਮਤਲਬ ਜੋ ਭਾਰਤੀ ਅਤੇ ਅਮਰੀਕੀ ਸੰਘ ਦੀਆਂ ਸਾਂਝੀਆਂ ਵਿਸ਼ੇਸ਼ਤਾਵਾਂ ਹਨ ਉਹ ਕੀ ਨੇ। ਆਪਸ਼ਨ ਏ ਹੈ ਸਿੰਗਲ ਸਿਟੀਜ਼ਨਸ਼ਿਪ, ਮਤਲਬ ਇਕਹਿਰੀ ਨਾਗਰਿਕਤਾ। ਆਪਸ਼ਨ ਬੀ ਹੈ ਸਸਪੈਂਸ਼ਨ ਆਫ ਫੰਡਾਮੈਂਟਲ ਰਾਈਟ ਡਿਊਰਿੰਗ ਐਮਰਜੈਂਸੀ, ਮਤਲਬ ਐਮਰਜੈਂਸੀ ਦੌਰਾਨ ਮੌਲਿਕ ਅਧਿਕਾਰਾਂ ਨੂੰ ਮੁਲਤਵੀ ਕਰਨਾ। ਆਪਸ਼ਨ ਸੀ ਹੈ ਐਗਜ਼ੀਕਿਊਟਿਵ ਇਜ਼ ਰਿਸਪੌਂਸਿਬਲ ਟੂ ਜੁਡੀਸ਼ਰੀ, ਮਤਲਬ ਨਿਆਂਪਾਲਿਕਾ ਲਈ ਕਾਰਜਕਾਰੀ ਜ਼ਿੰਮੇਵਾਰ ਹੈ। ਆਪਸ਼ਨ ਡੀ ਹੈ ਫੈਡਰਲ ਸੁਪਰੀਮ ਕੋਰਟ ਟੂ ਇੰਟਰਪਟ ਦੀ ਕੌਨਸਟੀਟਿਊਸ਼ਨ, ਮਤਲਬ ਜੋ ਸੁਪਰੀਮ ਕੋਰਟ ਹੈ ਉਹ ਸੰਵਿਧਾਨ ਦੀ ਵਿਆਖਿਆ ਕਰੇਗਾ। ਸੋ ਇਸ ਦੀ ਰਾਈਟ ਜੋ ਆਪਸ਼ਨ ਹੈ ਉਹ ਆਪਸ਼ਨ ਡੀ ਹੈ ਕਿ ਸੁਪਰੀਮ ਕੋਰਟ ਜੋ ਹੈ ਉਹ ਸੰਵਿਧਾਨ ਦੀ ਵਿਆਖਿਆ ਕਰੇਗਾ। ਇਹ ਇੰਡੀਅਨ ਔਰ ਅਮਰੀਕਨ ਕੌਨਸਟੀਟਿਊਸ਼ਨ ਦੇ ਵਿੱਚ ਸੇਮ ਹੈ। ਨੈਕਸਟ ਕੁਐਸਚਨ ਹੈ 6th, the president of which country has the same constitutional authority as the president of Indian has, ਮਤਲਬ ਕਿਹੜੇ ਦੇਸ਼ ਦੇ ਰਾਸ਼ਟਰਪਤੀ ਕੋਲ ਉਹੀ ਸੰਵਿਧਾਨਿਕ ਅਧਿਕਾਰ ਹਨ ਜੋ ਭਾਰਤ ਦੇ ਰਾਸ਼ਟਰਪਤੀ ਕੋਲ ਹਨ। ਆਪਸ਼ਨ ਏ ਹੈ ਬ੍ਰਿਟੇਨ, ਆਪਸ਼ਨ ਬੀ ਹੈ USA, ਆਪਸ਼ਨ ਸੀ ਹੈ ਜਾਪਾਨ, ਆਪਸ਼ਨ ਡੀ ਹੈ ਰਸ਼ੀਆ। ਸੋ ਇਸ ਦਾ ਰਾਈਟ ਆਨਸਰ ਜੋ ਹੈ ਆਪਸ਼ਨ ਏ ਹੈ ਬ੍ਰਿਟੇਨ ਦੇ ਵਿੱਚ, ਕਿਉਂਕਿ ਅਗਰ ਆਪਾਂ ਗੱਲ ਕਰੀਏ ਬ੍ਰਿਟੇਨ ਦੇ ਵਿੱਚ ਜੋ ਹੈ ਰਾਜਾ ਜੋ ਹੈ ਉਹ ਹੀ ਪ੍ਰੈਜ਼ੀਡੈਂਟ ਹੈ ਇੱਕ ਤਰ੍ਹਾਂ ਦਾ, ਮਤਲਬ ਉਹ ਰਾਜਸ਼ਾਹੀ ਤੰਤਰ ਹੈ। ਲੇਕਿਨ ਆਪਣੇ ਭਾਰਤ ਵਿੱਚ ਦੇਖਿਆ ਜਾਏ ਤਾਂ ਗਣਤੰਤਰ ਹੈ, ਮਤਲਬ ਉੱਥੇ ਰਾਜਾ ਦਾ ਅਧਿਕਾਰ ਵੰਸ਼ ਦੇ ਆਧਾਰ ਤੇ ਹੈ। ਲੇਕਿਨ ਭਾਰਤ ਦੇ ਵਿੱਚ ਜੋ ਦੇਸ਼ ਦਾ ਪ੍ਰਮੁੱਖ ਹੈ ਉਹ ਜਨਤਾ ਦੁਆਰਾ ਅਪ੍ਰਤੱਖ ਰੂਪ ਦੇ ਵਿੱਚ ਚੁਣਿਆ ਜਾਂਦਾ ਹੈ, ਪ੍ਰਤੱਖ ਨਹੀਂ ਅਪ੍ਰਤੱਖ ਰੂਪ ਵਿੱਚ। ਠੀਕ ਹੈ। USA ਦੀ ਗੱਲ ਕਰੀਏ ਤਾਂ USA ਦੇ ਵਿੱਚ ਜੋ ਪ੍ਰੈਜ਼ੀਡੈਂਟ ਹੈ ਉਹਦੇ ਕੋਲ ਹੀ ਸਾਰੀਆਂ ਪਾਵਰ ਨੇ, ਲੇਕਿਨ ਭਾਰਤ ਦੇ ਪ੍ਰੈਜ਼ੀਡੈਂਟ ਕੋਲ ਸਾਰੀਆਂ ਪਾਵਰ ਸਿਰਫ ਕਾਗਜ਼ਾਂ ਦੇ ਉੱਪਰ ਹੀ ਨੇ। ਠੀਕ ਹੈ। ਉਹਨਾਂ ਦੀ ਮੇਨ ਜੋ ਯੂਜ਼ ਕਰਦਾ ਉਹ ਭਾਰਤ ਦੇ ਵਿੱਚ PM ਕਰਦਾ। ਨੈਕਸਟ ਕੁਐਸਚਨ ਹੈ the prior aim of the word socialist in preamble is to, ਪ੍ਰਸਤਾਵਨਾ ਵਿੱਚ ਜੋ ਸਮਾਜਵਾਦੀ ਵਰਡ ਹੈ ਉਸ ਦਾ ਪਹਿਲਾ ਉਦੇਸ਼ ਕੀ ਹੈ। ਸਮਾਜਵਾਦੀ ਵਰਡ ਜੋ ਹੈ 42ਵੀਂ ਸੋਧ ਦੇ ਵਿੱਚ ਜੋੜਿਆ ਗਿਆ ਸੀ, 1976 ਦੇ ਵਿੱਚ ਹੋਈ ਸੀ। ਆਪਸ਼ਨ ਏ ਹੈ ਰਿਮੂਵ ਇਨਇਕੁਐਲਿਟੀ ਇਨ ਇਕਨੋਮਿਕ ਐਂਡ ਪੋਲੀਟੀਕਲ ਸਟੇਟਸ, ਮਤਲਬ ਆਰਥਿਕ ਅਤੇ ਰਾਜਨੀਤਿਕ ਸਥਿਤੀ ਵਿੱਚ ਅਸਮਾਨਤਾ ਨੂੰ ਦੂਰ ਕਰੋ। ਆਪਸ਼ਨ ਬੀ ਹੈ ਐਲੀਮੀਨੇਟ ਇਨਇਕੁਐਲਿਟੀ ਇਨ ਰਿਲੀਜਨਸ, ਧਰਮ ਦੇ ਵਿੱਚ ਅਸਮਾਨਤਾ ਨੂੰ ਖਤਮ ਕਰੋ। ਰਿਮੂਵ ਇਨਇਕੁਐਲਿਟੀ ਇਨ ਐਜੂਕੇਸ਼ਨ, ਸਿੱਖਿਆ ਵਿੱਚ ਅਸਮਾਨਤਾ ਨੂੰ ਹਟਾਓ। ਆਪਸ਼ਨ ਡੀ ਹੈ ਐਲੀਮੀਨੇਟ ਕਲਾਸ ਬੇਸਡ ਸੋਸਾਇਟੀ, ਮਤਲਬ ਜਮਾਤ ਆਧਾਰਿਤ ਸਮਾਜ ਨੂੰ ਖਤਮ ਕਰੋ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਏ, ਆਰਥਿਕ ਅਤੇ ਰਾਜਨੀਤਿਕ ਸਥਿਤੀ ਵਿੱਚ ਅਸਮਾਨਤਾ ਨੂੰ ਦੂਰ ਕਰਨਾ। ਦੇਖੋ ਤੁਹਾਡੇ ਕੋਲ ਇੰਨਾ ਟਾਈਮ ਹੁੰਦਾ, ਤੁਸੀਂ ਕਦੋਂ ਵੀ ਆਨਸਰ ਕਰ ਸਕਦੇ ਹੋ ਖੁਦ ਵੀ ਪੜ੍ਹ ਕੇ, ਲੇਕਿਨ ਜਦੋਂ ਮੈਂ ਆਨਸਰ ਕਰ ਰਿਹਾ ਉਸ ਤੋਂ ਬਾਅਦ ਆਨਸਰ ਕਰਨ ਦਾ ਉਹ ਮੀਨਿੰਗ ਨਹੀਂ ਰਹਿੰਦਾ। ਨੈਕਸਟ ਕੁਐਸਚਨ ਹੈ ਇਨ ਇੰਡੀਆ ਵਿਚ ਕਨਸਟੀਟਿਊਸ਼ਨਲ ਅਮੈਂਡਮੈਂਟ ਪ੍ਰੋਵਾਈਡਡ ਫਰੋਮ ਦੀ ਸੈਟਿੰਗ ਅਪ ਆਫ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਇਨ, ਭਾਰਤ ਵਿੱਚ ਜੋ ਪ੍ਰਸ਼ਾਸਨਿਕ ਟ੍ਰਿਬਿਊਨਲ ਦੀ ਸਥਾਪਨਾ ਲਈ ਕਿਹੜੀ ਸੰਵਿਧਾਨਿਕ ਸੋਧ ਪ੍ਰਦਾਨ ਕੀਤੀ ਗਈ। ਆਪਸ਼ਨ ਏ ਹੈ 24th, ਆਪਸ਼ਨ ਬੀ ਹੈ 59th, ਆਪਸ਼ਨ ਸੀ ਹੈ 42, ਆਪਸ਼ਨ ਡੀ ਹੈ 44th। ਸੋ ਇਸ ਦਾ ਰਾਈਟ ਆਨਸਰ ਹੈ 42ਵੀਂ ਸੋਧ ਦੇ ਵਿੱਚ ਜੋ ਹੈ ਟ੍ਰਿਬਿਊਨਲਾਂ ਦੀ ਸਥਾਪਨਾ ਕੀਤੀ ਗਈ ਸੀ। ਕੀ ਹੋਇਆ ਸੀ ਕਿ 42ਵੀਂ ਸੋਧ ਨੂੰ ਇੱਕ ਆਪਾਂ ਮਿਨੀ ਕਨਸਟੀਟਿਊਸ਼ਨ ਵੀ ਕਹਿੰਦੇ ਹਾਂ। ਠੀਕ ਹੈ, ਇਹ ਕੁਐਸਚਨ ਵੀ ਯਾਦ ਰੱਖਿਓ ਕਿ ਕਿਹੜੀ ਸੋਧ ਨੂੰ ਆਪਾਂ ਮਿਨੀ ਕਨਸਟੀਟਿਊਸ਼ਨ ਵੀ ਕਹਿੰਦੇ ਹਾਂ। ਇਹ ਕਦੋਂ ਹੋਈ, ਐਮਰਜੈਂਸੀ ਪੀਰੀਅਡ ਦੇ ਦੌਰਾਨ, ਜਦੋਂ ਇੰਦਰਾ ਗਾਂਧੀ ਨੇ ਦੇਸ਼ ਦੇ ਉੱਪਰ ਐਮਰਜੈਂਸੀ ਥੋਪੀ ਸੀ, ਔਰ ਉਹ ਸਮਾਂ ਸੀ 1976 ਦੇ ਵਿੱਚ। 42ਵੀਂ ਸੋਧ ਦੇ ਵਿੱਚ ਕੀ ਹੋਇਆ ਕਿ ਇੱਕ ਫੰਡਾਮੈਂਟਲ ਡਿਊਟੀਜ਼ ਨੂੰ ਵੀ ਸੰਵਿਧਾਨ ਦੇ ਵਿੱਚ ਜੋੜਿਆ ਗਿਆ, ਔਰ ਉਸ ਨੂੰ ਆਰਟੀਕਲ 51A ਦੇ ਤਹਿਤ ਰੱਖਿਆ ਗਿਆ ਸੀ, ਫੰਡਾਮੈਂਟਲ ਡਿਊਟੀਜ਼ ਨੂੰ। ਠੀਕ ਹੈ। 44th ਜੋ ਅਮੈਂਡਮੈਂਟ ਹੋਈ ਸੀ ਇਹ ਇੰਦਰਾ ਗਾਂਧੀ ਦੇ ਜੋ ਐਮਰਜੈਂਸੀ ਪੀਰੀਅਡ ਤੋਂ ਬਾਅਦ ਜਨਤਾ ਦਲ ਦੀ ਸਰਕਾਰ ਬਣੀ ਸੀ ਮੋਰਾਰਜੀ ਦੇਸਾਈ ਦੀ। ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੂੰ ਲੱਗਿਆ ਕਿ 42ਵੀਂ ਸੋਧ ਦੇ ਵਿੱਚ ਸੰਵਿਧਾਨ ਦੇ ਵਿੱਚ ਕੁਝ ਇਹੋ ਜਿਹੀਆਂ ਸੋਧਾਂ ਹੋ ਗਈਆਂ ਨੇ ਜਿਨ੍ਹਾਂ ਨੂੰ ਖਤਮ ਕੀਤਾ ਜਾਣਾ ਜ਼ਰੂਰੀ ਹੈ। ਇੱਕ ਐਵੇਂ ਦੀ ਸੋਚ ਸੀ ਕਿ ਲੋਕ ਸਭਾ ਦਾ ਜੋ ਕਾਰਜਕਾਲ ਸੀ ਉਹ 6 ਸਾਲ ਲਈ ਕਰ ਦਿੱਤਾ ਗਿਆ ਸੀ, ਲੇਕਿਨ ਜਦੋਂ 44th ਅਮੈਂਡਮੈਂਟ ਹੋਈ ਤਾਂ ਲੋਕ ਸਭਾ ਦਾ ਜੋ ਕਾਰਜਕਾਲ ਸੀ ਉਹ ਫਿਰ ਤੋਂ 5 ਸਾਲ ਕੀਤਾ ਗਿਆ। ਨੈਕਸਟ ਕੁਐਸਚਨ ਦੇਖਦੇ ਹਾਂ, ਵਿਚ ਅਮੰਗ ਆਫ ਦੀ ਫੋਲੋਇੰਗ ਪਰਟੇਨਸ
ਟੂ ਦੀ 61st ਕਨਸਟੀਟਿਊਸ਼ਨਲ ਅਮੈਂਡਮੈਂਟ ਹੇਠ ਦਿੱਤਿਆਂ ਵਿੱਚੋਂ ਕਿਹੜਾ 61ਵੀਂ ਸੰਵਿਧਾਨਿਕ ਸੋਧ ਨਾਲ ਸੰਬੰਧਿਤ ਹੈ? 9th ਸ਼ੈਡਿਊਲ ਮਤਲਬ ਨੌਵਾਂ ਸ਼ੈਡਿਊਲ, ਔਰ ਬੀ ਆਪਸ਼ਨ ਹੈ ਦਲ ਬਦਲੀ ਐਂਟੀ ਡਿਫੈਕਸ਼ਨ, ਸੀ ਹੈ ਧਾਰਾ 368 ਵਿੱਚ ਸੋਧ ਮਤਲਬ ਅਮੈਂਡਮੈਂਟ ਆਫ ਆਰਟੀਕਲ 360, ਆਪਸ਼ਨ ਡੀ ਹੈ ਲੋਅਰਿੰਗ ਆਫ ਵੋਟਿੰਗ ਏਜ ਵੋਟ ਪਾਉਣ ਦੀ ਉਮਰ ਘਟਾਉਣਾ। ਜੋ 61ਵੀਂ ਸੋਧ ਦੇ ਵਿੱਚ ਕੀ ਕੀਤਾ ਗਿਆ ਸੀ ਕਿ ਵੋਟ ਪਾਉਣ ਦੀ ਉਮਰ ਜੋ ਹੈ ਘਟਾ ਦਿੱਤੀ ਗਈ ਸੀ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਹੈ। ਇਹਦੇ ਵਿੱਚ ਕੀ ਕੀਤਾ ਗਿਆ ਕਿ 21 ਸਾਲ ਦੀ ਉਮਰ ਸੀ ਪਹਿਲਾਂ, ਔਰ ਉਸ ਨੂੰ 18 ਸਾਲ ਦੀ ਉਮਰ ਕਰ ਦਿੱਤਾ ਗਿਆ ਵੋਟਿੰਗ ਪਾਉਣ ਲਈ। ਨੈਕਸਟ ਕੁਐਸਚਨ ਹੈ ਵਿਚ ਆਫ ਦੀ ਫੋਲੋਇੰਗ ਆਰਟੀਕਲ ਵੇਅਰ ਨੋਟ ਪਾਰਟ ਆਫ ਦੀ ਓਰੀਜਨਲ ਕਨਸਟੀਟਿਊਸ਼ਨ ਇਨ ਇੰਡੀਆ? ਇਹਨਾਂ ਵਿੱਚੋਂ ਕਿਹੜਾ ਆਰਟੀਕਲ ਹੈ ਜੋ ਭਾਰਤ ਦੇ ਮੂਲ ਸੰਵਿਧਾਨ ਦਾ ਹਿੱਸਾ ਨਹੀਂ ਹੈ? ਆਪਸ਼ਨ ਏ ਹੈ ਆਰਟੀਕਲ 52A, ਆਪਸ਼ਨ ਬੀ ਹੈ ਆਰਟੀਕਲ 51A, ਆਪਸ਼ਨ 3 ਹੈ ਆਰਟੀਕਲ 14, ਆਪਸ਼ਨ 4th ਹੈ 300A। ਮਤਲਬ ਇਹਨਾਂ ਵਿੱਚੋਂ ਤੁਸੀਂ ਸਿਲੈਕਟ ਕਰਨਾ ਹੈ। ਆਪਸ਼ਨ ਆ ਦਿੱਤੀਆਂ ਹੋਈਆਂ ਕਿ ਆਪਸ਼ਨ 1 ਅਤੇ 2, ਆਪਸ਼ਨ ਬੀ ਹੈ 1 ਅਤੇ 3, ਆਪਸ਼ਨ ਸੀ ਹੈ 2 ਅਤੇ 3, ਆਪਸ਼ਨ ਡੀ ਹੈ 2 ਅਤੇ 4। ਇਹਨਾਂ ਵਿੱਚੋਂ ਕਿਹੜਾ ਆਰਟੀਕਲ ਹੈ ਜੋ ਭਾਰਤ ਦੇ ਮੂਲ ਸੰਵਿਧਾਨ ਦਾ ਹਿੱਸਾ ਨਹੀਂ ਸੀ? ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਡੀ 2 ਅਤੇ 3 ਜੋ ਆਰਟੀਕਲ ਹੈ। ਆਰਟੀਕਲ 51A ਜੋ ਹੈ 44th ਅਮੈਂਡਮੈਂਟ ਨਾਲ ਜੋੜਿਆ ਗਿਆ, ਔਰ 4th ਜੋ ਹੈ 300A ਇਹ ਬਾਅਦ ਚ ਜੋੜਿਆ ਗਿਆ ਸੀ। ਇਹ ਵੀ ਮੂਲ ਸੰਵਿਧਾਨ ਦਾ ਹਿੱਸਾ ਨਹੀਂ ਸੀ। ਆਰਟੀਕਲ 14 ਤਾਂ ਸ਼ੁਰੂ ਤੋਂ ਹੀ ਸਮਾਨਤਾ ਦਾ ਜੋ ਅਧਿਕਾਰ ਹੈ ਉਹ ਸ਼ੁਰੂ ਤੋਂ ਹੀ ਬੇਸਿਕ ਜੋ ਫੰਡਾਮੈਂਟਲ ਰਾਈਟ ਆ ਉਹਦੇ ਵਿੱਚ ਲਿਖਿਆ ਹੋਇਆ। ਆਰਟੀਕਲ 52 ਵੀ ਐਵੇਂ ਹੈ। ਨੈਕਸਟ ਕੁਐਸਚਨ ਹੈ ਵਿਚ ਅਮੈਂਡਮੈਂਟ ਆਫ ਦੀ ਕਨਸਟੀਟਿਊਸ਼ਨ ਆਫ ਇੰਡੀਆ ਲਿਮਿਟਸ ਦੀ ਨੰਬਰ ਆਫ ਮਿਨਿਸਟਰ? ਭਾਰਤ ਦੇ ਸੰਵਿਧਾਨ ਵਿੱਚ ਕਿਹੜੀ ਸੋਧ ਮੰਤਰੀਆਂ ਦੀ ਗਿਣਤੀ ਨੂੰ ਸੀਮਿਤ ਕਰਦੀ ਹੈ? ਆਪਸ਼ਨ ਏ ਹੈ 73, ਆਪਸ਼ਨ ਬੀ ਹੈ 86, ਆਪਸ਼ਨ ਸੀ ਹੈ 87, ਆਪਸ਼ਨ ਡੀ ਹੈ 91। ਸੋ ਇਸ ਦਾ ਰਾਈਟ ਆਨਸਰ ਜੋ ਹੈ ਆਪਸ਼ਨ ਡੀ 91 ਹੈ। ਪਹਿਲਾਂ ਕੀ ਹੁੰਦਾ ਸੀ ਕਿ ਭ੍ਰਿਸ਼ਟਾਚਾਰ ਜਾਂ ਪੈਸੇ ਦੇ ਕੇ ਮੰਤਰੀਆਂ ਕੁਝ ਜੋ ਐਮਪੀ ਸੀ ਜਾਂ ਐਮਐਲਏ ਸੀ ਉਹਨਾਂ ਨੂੰ ਖਰੀਦ ਲਿਆ ਜਾਂਦਾ ਸੀ ਆਪਣੀ ਪਾਰਟੀ ਦੇ ਵਿੱਚ। ਸੋ ਦਲ ਬਦਲੀ ਜੋ ਸੀ ਉਹ ਇੱਕ ਸਥਿਰ ਸਰਕਾਰ ਦੇਣ ਦੇ ਵਿੱਚ ਨਾਕਾਮ ਕਰ ਰਹੀ ਸੀ ਭਾਰਤ ਦੇ ਵਿੱਚ ਜਾਂ ਸਟੇਟ ਦੇ ਵਿੱਚ ਵੀ। ਸੋ ਕੀ ਕੀਤਾ ਸਰਕਾਰ ਨੇ ਇਸ ਦਲ ਬਦਲੀ ਨੂੰ ਰੋਕਣ ਲਈ ਇੱਕ ਮੰਤਰੀਆਂ ਦੀ ਜੋ ਹੈ ਸੀਮਾ ਨੂੰ ਤੈਅ ਕਰ ਦਿੱਤਾ ਗਿਆ ਕਿ ਸਿਰਫ 15% ਜੋ ਹੋਣਗੇ ਮੈਂਬਰ ਉਹੀ ਮੰਤਰੀ ਮੰਡਲ ਦੇ ਮੈਂਬਰ ਬਣਨਗੇ। ਲੋਕ ਸਭਾ ਦੀਆਂ ਜੋ 545 ਸੀਟਾਂ ਨੇ, ਸੋ ਉਹਦੇ ਜੇ ਉਹ 15% ਹੈ ਉਨੇ ਹੀ ਮੈਂਬਰ ਜੋ ਹੈ ਮੰਤਰੀ ਬਣ ਸਕਦੇ ਆ। ਇਵੇਂ ਹੀ ਵਿਧਾਨ ਸਭਾ ਦੇ ਵਿੱਚ ਅਲੱਗ-ਅਲੱਗ ਵਿਧਾਨ ਸਭਾਵਾਂ ਦੇ ਵਿੱਚ ਜੋ ਹੈ ਉਹ ਰੱਖਿਆ ਗਿਆ ਕਿ ਉਹਨਾਂ ਦੀਆਂ ਸੀਟਾਂ ਦੇ ਅਕੋਰਡਿੰਗ ਹੀ ਮੰਤਰੀ ਮੰਡਲ ਬਣੇਗੇ। ਅਗਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਵਿੱਚ 117 ਸੀਟਾਂ ਨੇ। 117 ਸੀਟਾਂ ਦਾ ਜੋ 15% ਹੈ ਸਿਰਫ ਉਨੇ ਹੀ ਮੰਤਰੀ ਬਣ ਸਕਦੇ ਆ। ਲੇਕਿਨ ਨਾਲ ਹੀ ਇੱਕ ਇਹ ਕੰਡੀਸ਼ਨ ਰੱਖ ਦਿੱਤੀ ਗਈ ਕਿ 12 ਤੋਂ ਘੱਟ ਜੋ ਹੈ ਮੰਤਰੀ ਮੰਡਲ ਨਹੀਂ ਹੋਏਗੀ। ਅਗਰ ਆਪਾਂ ਦਿੱਲੀ ਦੀ ਗੱਲ ਕਰੀਏ, ਦਿੱਲੀ ਦੇ ਵਿੱਚ ਤਾਂ 70 ਸੀਟਾਂ ਨੇ, ਠੀਕ ਹੈ। 70 ਸੀਟਾਂ ਦਾ ਜੋ 15% ਹੈ ਉਹ ਕਿੰਨਾ ਬਣਦਾ? ਸਿਰਫ 11 ਬਣਦਾ ਹੈ। ਸੋ ਉਸ ਲਈ ਹੈ ਕਿ 12 ਜੋ ਹੋਣਗੇ, 12 ਹੋਣਗੇ ਮੁੱਖ ਮੰਤਰੀ ਸਮੇਤ ਪੂਰੀ ਮੰਤਰੀ ਮੰਡਲ, 12 ਤੋਂ ਘੱਟ ਨਹੀਂ ਹੋਣੀ ਚਾਹੀਦੀ। ਨੈਕਸਟ ਕੁਐਸਚਨ ਹੈ an amendment of the constitution of India can be initiated by the Lok Sabha, Raj Sabha, state legislature, ਆਪਸ਼ਨ 4th ਹੈ ਪ੍ਰੈਜ਼ੀਡੈਂਟ। ਕੁਐਸਚਨ ਪੰਜਾਬੀ ਚ ਰਿਪੀਟ ਕਰ ਰਿਹਾ। ਭਾਰਤ ਦੇ ਸੰਵਿਧਾਨ ਵਿੱਚ ਸ਼ੋਧ ਜੋ ਅਮੈਂਡਮੈਂਟ ਹੈ ਸੋਧ ਹੈ ਉਹਦੀ ਸ਼ੁਰੂਆਤ ਜੋ ਹੈ ਕਿਸ ਦੁਆਰਾ ਕੀਤੀ ਜਾਂਦੀ ਹੈ? ਲੋਕ ਸਭਾ, ਰਾਜ ਸਭਾ, ਵਿਧਾਨ ਸਭਾ ਔਰ ਰਾਸ਼ਟਰਪਤੀ। ਆਪਸ਼ਨਾਂ ਦਿੱਤੀਆਂ ਗਈਆਂ ਸਿਰਫ ਇੱਕ। ਆਪਸ਼ਨ ਬੀ ਹੈ 1, 2 ਅਤੇ 3, ਆਪਸ਼ਨ ਸੀ ਹੈ 2, 3 ਅਤੇ 4, ਆਪਸ਼ਨ ਡੀ ਹੈ 1 ਅਤੇ 2। ਸੋ ਜਿਨ੍ਹਾਂ ਨੇ ਕੱਲ ਦੀ ਕਲਾਸ ਲਗਾਈ ਸੀ ਉਹਨਾਂ ਨੂੰ ਤਾਂ ਇਹ ਆਨਸਰ ਮੈਂ ਮੇਨਲੀ ਕਰਵਾਇਆ ਸੀ ਕੁਐਸਚਨ ਪੁੱਛ ਕੇ ਕਿ ਕੌਣ ਅਮੈਂਡਮੈਂਟ ਕਰ ਸਕਦਾ ਹੈ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਡੀ ਕਿ ਲੋਕ ਸਭਾ ਔਰ ਰਾਜ ਸਭਾ ਦੇ ਵਿੱਚ ਕੋਈ ਵੀ ਬੰਦਾ ਜੋ ਹੈ ਚਾਹੇ ਉਹ ਮੰਤਰੀ ਹੋਏ ਜਾਂ ਮੰਤਰੀ ਨਾ ਹੋਏ, ਗੈਰ ਮੰਤਰੀ ਹੋ ਸਕਦਾ, ਉਹ ਜੋ ਹੈ ਅਮੈਂਡਮੈਂਟ ਬਿੱਲ ਜੋ ਹੈ ਪੇਸ਼ ਕਰ ਸਕਦਾ ਹੈ। ਲੋਕ ਸਭਾ ਵਿੱਚ ਵੀ ਰਾਜ ਸਭਾ ਦੇ ਵਿੱਚ ਹੀ ਕੋਈ ਵੀ ਕਰ ਸਕਦਾ, ਠੀਕ ਹੈ। ਸਟੇਟ ਲੈਜਿਸਲੇਚਰ ਜੋ ਹੈ ਉਹ ਸੋਧ ਬਿੱਲ ਤਾਂ ਕਦੇ ਵੀ ਪਾਸ ਨਹੀਂ ਕਰ ਸਕਦੀ ਕਿਉਂਕਿ ਉਹਨਾਂ ਕੋਲ ਅਧਿਕਾਰ ਨਹੀਂ ਹੈ।
राष्ट्रपति सिर्फ साइन करेगा सोध बिल के ऊपर। नेक्स्ट क्वेश्चन है द मैथड ऑफ अमेंडमेंट ऑफ इंडियन कॉन्स्टिट्यूशन हैज बीन इनकॉर्पोरेटेड इन आर्टिकल। ਭਾਰਤੀ ਸੰਵਿਧਾਨ ਵਿੱਚ ਜੋ ਸੋਧ ਦੀ ਵਿਧੀ ਨੂੰ ਧਾਰਾ ਵਿੱਚ ਕਿਹੜੀ ਧਾਰਾ ਵਿੱਚ ਸ਼ਾਮਿਲ ਕੀਤਾ ਗਿਆ? ਆਪਸ਼ਨ ਏ ਹੈ ਆਰਟੀਕਲ 368, ਆਪਸ਼ਨ ਬੀ ਹੈ 299, ਸੀ ਹੈ 378, ਡੀ ਹੈ 301। ਸੋ ਇਸ ਦਾ ਰਾਈਟ ਆਨਸਰ ਜੋ ਹੈ 368 ਹੈ। 368 ਦੇ ਵਿੱਚ ਹੀ ਕਿਹਾ ਗਿਆ ਕਿ ਸੰਸਦ ਜੋ ਹੈ ਸੋਧ ਬਿੱਲ ਪੇਸ਼ ਕਰੇਗੀ, ਉਹਨੂੰ ਪਾਸ ਕਰੇਗੀ। ਸੰਸਦ ਦੇ ਵਿੱਚ ਲੋਕ ਸਭਾ, ਲੋਕ ਸਭਾ, ਰਾਜ ਸਭਾ ਔਰ ਪ੍ਰੈਜ਼ੀਡੈਂਟ, ਇਹ ਤਿੰਨ ਅੰਗ ਆ ਸੰਸਦ ਦੇ। ਠੀਕ ਹੈ, ਕਿਉਂਕਿ ਜਦੋਂ ਤੱਕ ਪ੍ਰੈਜ਼ੀਡੈਂਟ ਬਿੱਲ ਉੱਪਰ ਸਾਈਨ ਨਹੀਂ ਕਰੇਗਾ ਉਦੋਂ ਤੱਕ ਕੋਈ ਵੀ ਬਿੱਲ ਐਕਟ ਨਹੀਂ ਬਣੇਗਾ। ਅਗਰ ਬਿੱਲ ਸੰਸਦ ਦੇ ਵਿੱਚੋਂ ਪਾਸ ਹੈ ਤਾਂ ਉਹ ਸਿਰਫ ਬਿੱਲ ਹੀ ਰਹੇਗਾ। ਐਕਟ ਬਣਨ ਲਈ ਉਹਦੇ ਕੋਲ ਪ੍ਰੈਜ਼ੀਡੈਂਟ ਦੁਆਰਾ ਪਾਸ ਹੋਣਾ ਜ਼ਰੂਰੀ ਹੈ। ਨੈਕਸਟ ਕੁਐਸਚਨ ਹੈ ਵਿਚ ਅਮੈਂਡਮੈਂਟ ਇਨਕੋਰਪੋਰੇਟਡ ਰਾਈਟ ਟੂ ਐਜੂਕੇਸ਼ਨ ਟੂ ਦੀ ਕਨਸਟੀਟਿਊਸ਼ਨ। ਕਿਹੜੀ ਸੋਧ ਵਿੱਚ ਸੰਵਿਧਾਨ ਵਿੱਚ ਸਿੱਖਿਆ ਦਾ ਅਧਿਕਾਰ ਜੋ ਹੈ ਸ਼ਾਮਿਲ ਕੀਤਾ ਗਿਆ ਸੀ? 86th ਆਪਸ਼ਨ ਏ ਹੈ, ਆਪਸ਼ਨ ਬੀ ਹੈ 42, ਆਪਸ਼ਨ ਸੀ ਹੈ 44th, ਆਪਸ਼ਨ ਡੀ ਹੈ 74th। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਏ। 86ਵੀਂ ਸੋਧ ਦੇ ਵਿੱਚ ਕੀ ਕੀਤਾ ਗਿਆ ਸੀ ਕਿ ਸੰਵਿਧਾਨ ਦੇ ਵਿੱਚ ਸਿੱਖਿਆ ਦੇ ਅਧਿਕਾਰ ਨੂੰ ਸ਼ਾਮਿਲ ਕੀਤਾ ਗਿਆ ਸੀ। ਔਰ ਕਿਸ ਆਰਟੀਕਲ ਦੇ ਵਿੱਚ ਰੱਖਿਆ ਗਿਆ ਸੀ? ਆਰਟੀਕਲ 21A ਦੇ ਵਿੱਚ। 21A ਜਿਸ ਨੂੰ ਜੀਵਨ ਦਾ ਅਧਿਕਾਰ ਕਿਹਾ ਜਾਂਦਾ। ਠੀਕ ਹੈ, 42ਵੀਂ ਸੋਧ ਨੂੰ ਤਾਂ ਮਿਨੀ ਕਨਸਟੀਟਿਊਸ਼ਨ ਕਹਿਤਾ। 44ਵੀਂ ਸੋਧ ਬਾਰੇ ਵੀ ਤੁਹਾਨੂੰ ਦੱਸਿਆ ਕਿ ਉਹ ਮੋਰਾਰਜੀ ਦੇਸਾਈ ਦੀ ਸਰਕਾਰ ਵੇਲੇ ਹੋਈ। ਔਰ 74th ਜੋ ਅਮੈਂਡਮੈਂਟ ਹੋਈ ਸੀ ਉਹਦੇ ਵਿੱਚ ਸ਼ਹਿਰੀ ਪੱਧਰ ਤੇ ਜੋ ਹੈ ਸਥਾਨਕ ਸਰਕਾਰ ਦੀ ਵਿਵਸਥਾ ਕੀਤੀ ਗਈ, ਜਿਸ ਵਿੱਚ ਨਗਰ ਨਿਗਮ, ਨਗਰ ਪੰਚਾਇਤ ਔਰ ਨਗਰ ਪਾਲਿਕਾ ਜੋ ਹੈ ਸ਼ਾਮਿਲ ਨੇ, ਤਿੰਨ ਪੱਧਰ ਤੇ। ਠੀਕ ਹੈ, ਔਰ 73 ਕਨਸਟੀਟਿਊਸ਼ਨ ਅਮੈਂਡਮੈਂਟ ਜੋ ਸੀ ਉਸ ਦੇ ਵਿੱਚ ਕੀ ਕੀਤਾ ਗਿਆ ਕਿ ਪੇਂਡੂ ਪੱਧਰ ਤੇ ਜੋ ਹੈ ਪੰਚਾਇਤੀ ਰਾਜ ਦੀ ਵਿਵਸਥਾ ਕਾਇਮ ਕੀਤੀ ਗਈ ਸੀ। ਨੈਕਸਟ ਕੁਐਸਚਨ ਹੈ ਇਨ ਇੰਡੀਅਨ ਪੋਲਿਟੀ ਵਿਚ ਆਫ ਦੀ ਫੋਲੋਇੰਗ ਇਜ਼ ਸੁਪਰੀਮ। ਭਾਰਤੀ ਰਾਜ ਪ੍ਰਬੰਧ ਵਿੱਚ ਇਹਨਾਂ ਵਿੱਚੋਂ ਕਿਹੜਾ ਸੁਪਰੀਮ ਹੈ, ਮਤਲਬ ਕਿਹੜਾ ਸਰਵ ਉੱਤਮ ਹੈ, ਕਿਹੜਾ ਸਰਵ ਸ੍ਰੇਸ਼ਟ ਹੈ? ਆਪਸ਼ਨ ਏ ਹੈ ਸੁਪਰੀਮ ਕੋਰਟ, ਆਪਸ਼ਨ ਬੀ ਹੈ ਸੰਵਿਧਾਨ, ਆਪਸ਼ਨ ਸੀ ਹੈ ਪਾਰਲੀਮੈਂਟ, ਆਪਸ਼ਨ ਡੀ ਹੈ ਰਿਲੀਜਨ, ਮਤਲਬ ਧਰਮ। ਸੋ ਇਸ ਦਾ ਰਾਈਟ ਆਨਸਰ ਜੋ ਹੈ ਇਹਨਾਂ ਵਿੱਚੋਂ ਕਿਹੜਾ ਸੁਪਰੀਮ ਹੈ ਉਹ ਆਪਸ਼ਨ ਬੀ ਹੈ, ਭਾਰਤੀ ਸੰਵਿਧਾਨ। ਠੀਕ ਹੈ, ਭਾਰਤੀ ਸੰਵਿਧਾਨ ਹੀ ਸੁਪਰੀਮ ਹੈ ਕਿਉਂਕਿ ਸੰਵਿਧਾਨ ਦੁਆਰਾ ਹੀ ਵੰਡ ਕੀਤੀ ਗਈ ਹੈ ਸ਼ਕਤੀਆਂ ਦੀ। ਸੰਵਿਧਾਨ ਨਹੀਂ ਹੈ ਤਾਂ ਵੰਡ ਨਹੀਂ ਹੋਏਗੀ ਸ਼ਕਤੀਆਂ ਦੀ। ਸੰਵਿਧਾਨ ਹੀ ਦੱਸਦਾ ਹੈ ਕਿ ਕਿਵੇਂ ਨਿਆਂਪਾਲਿਕਾ ਕੰਮ ਕਰੇਗੀ, ਕਿਵੇਂ ਕਾਰਜਪਾਲਿਕਾ ਕੰਮ ਕਰੇਗੀ, ਕਿਵੇਂ ਵਿਧਾਨਪਾਲਿਕਾ ਕੰਮ ਕਰੇਗੀ। ਕਿਵੇਂ ਕਾਰਜਪਾਲਿਕਾ ਔਰ ਵਿਧਾਨਪਾਲਿਕਾ ਸੰਸਦ ਦਾ ਹੀ ਅੰਗ ਹੈ। ਠੀਕ ਹੈ, ਸੁਪਰੀਮ ਕੋਰਟ ਜੋ ਹੈ ਨਿਆਂਪਾਲਿਕਾ ਦਾ ਅੰਗ ਹੈ। ਧਰਮ ਦੇ ਬੇਸ ਤੇ ਤਾਂ ਸੁਪਰੀਮ ਹੋ ਹੀ ਨਹੀਂ ਸਕਦਾ ਕਿਉਂਕਿ ਭਾਰਤ ਇੱਕ ਧਰਮ ਨਿਰਪੱਖ ਰਾਜ ਹੈ। ਠੀਕ ਹੈ, ਭਾਰਤ ਦੇ ਵਿੱਚ ਸਭ ਧਰਮਾਂ ਨੂੰ ਬਰਾਬਰ ਸਮਝਿਆ ਜਾਂਦਾ ਹੈ, ਇਸ ਲਈ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੈ। ਸੰਵਿਧਾਨ ਤੋਂ ਹੀ ਜੋ ਹੈ ਪਾਵਰ ਮਿਲਦੀ ਹੈ ਸਰਕਾਰ ਨੂੰ। ਕੋਈ ਵੀ ਕਾਨੂੰਨ ਬਣਾਉਣਾ ਉਹਨਾਂ ਨੂੰ ਚੱਲਣਾ ਪਏਗਾ ਕਿ ਸੰਵਿਧਾਨ ਦੇ ਵਿੱਚ ਕੀ ਲਿਖਿਆ ਹੋਇਆ। ਆਪਾਂ ਦੇਖਦੇ ਹਾਂ ਨਾ ਕਿ ਕੋਈ ਕਾਨੂੰਨ ਜਾਂ ਬਿੱਲ ਪਾਸ ਹੁੰਦਾ ਹੈ ਤਾਂ ਉਹਦੇ ਉੱਪਰ ਕਈ ਸਾਰੀਆਂ ਰੀਤਾਂ ਵੀ ਲੱਗਦੀਆਂ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਜਾਂ ਹਾਈ ਕੋਰਟ ਦੇ ਵਿੱਚ। ਉਹਦਾ ਬੇਸ ਕੀ ਹੈ? ਉਹਦਾ ਬੇਸ ਸੰਵਿਧਾਨ ਹੀ ਹੈ। ਆਪਾਂ ਕਹਿੰਦੇ ਹਾਂ ਕਿ ਇਹ ਸਰਕਾਰ ਨੇ ਗਲਤ ਕਾਨੂੰਨ ਬਣਾ ਦਿੱਤਾ, ਸੋ ਉਸਦਾ ਬੇਸ ਜੋ ਹੈ ਆਪਣਾ ਸੰਵਿਧਾਨ ਹੀ ਹੈ। ਇਸ ਲਈ ਸੰਵਿਧਾਨ ਹੀ ਸੁਪਰੀਮ ਹੈ। ਅਗਰ ਸੰਵਿਧਾਨ ਨਹੀਂ ਹੈ ਤਾਂ ਦੇਸ਼ ਨੂੰ ਚਲਾਉਣ ਲਈ ਕੋਰੇ ਕਾਗਜ਼ ਤਰ੍ਹਾਂ ਜਿਵੇਂ ਉੱਥੇ ਹੈ ਬ੍ਰਿਟੇਨ ਦੇ ਵਿੱਚ ਕੋਈ ਲਿਖਤੀ ਸੰਵਿਧਾਨ ਨਹੀਂ ਹੈ, ਲੇਕਿਨ ਭਾਰਤ ਦੇ ਵਿੱਚ ਲਿਖਤੀ ਸੰਵਿਧਾਨ ਹੈ। ਠੀਕ ਹੈ, ਨੈਕਸਟ ਕੁਐਸਚਨ ਹੈ ਦੀ ਕਨਸਟੀਟਿਊਸ਼ਨ ਆਫ ਇੰਡੀਆ ਇਜ਼, ਆਪਸ਼ਨ ਏ ਹੈ ਮਤਲਬ ਭਾਰਤ ਦਾ ਸੰਵਿਧਾਨ ਕੀ ਹੈ? ਕਠੋਰ ਹੈ, ਲਚਕਦਾਰ ਹੈ, ਬਹੁਤ ਕਠੋਰ ਹੈ, ਕੁਝ ਕਠੋਰ ਹੈ, ਕੁਝ ਲਚਕਦਾਰ ਹੈ। ਸੋ ਇਸ ਦਾ ਰਾਈਟ ਆਨਸਰ ਹੈ ਕੁਝ ਕਠੋਰ ਹੈ, ਕੁਝ ਲਚਕਦਾਰ ਹੈ। ਜਿਨ੍ਹਾਂ ਨੇ ਕੱਲ ਸੇਲੀਐਂਟ ਫੀਚਰ ਆਫ ਇੰਡੀਅਨ ਕਨਸਟੀਟਿਊਸ਼ਨ ਦੀ ਕਲਾਸ ਲਗਾਈ ਸੀ ਉਹਦੇ ਵਿੱਚ ਦੱਸਿਆ ਸੀ ਕਠੋਰ ਸੰਵਿਧਾਨ ਉਹ ਹੁੰਦਾ ਹੈ ਜਿਹਦੇ ਵਿੱਚ ਜੋ ਹੈ ਅਮੈਂਡਮੈਂਟ ਕਰਨ ਦੀ ਇੱਕ ਵਿਸ਼ੇਸ਼ ਪ੍ਰਕਿਰਿਆ ਹੁੰਦੀ ਹੈ। ਜਿਵੇਂ ਆਪਾਂ ਐਗਜ਼ਾਮਪਲ ਦੇ ਤੌਰ ਤੇ ਅਮਰੀਕਾ ਦਾ ਕਨਸਟੀਟਿਊਸ਼ਨ ਲਈਏ ਤਾਂ ਅਮਰੀਕਾ ਦੇ ਕਨਸਟੀਟਿਊਸ਼ਨ ਦੇ ਵਿੱਚ ਜੋ ਹੈ ਸੋਧ ਦੀ ਵਿਧੀ ਹੈ, ਜੋ ਅਮੈਂਡਮੈਂਟ ਦੀ ਵਿਧੀ ਹੈ ਉਹ ਬਹੁਤ ਡਿਫਿਕਲਟ ਹੈ। ਜੇਕਰ ਆਪਾਂ ਜਦੋਂ ਦਾ ਉਹਨਾਂ ਦਾ ਸੰਵਿਧਾਨ ਬਣਿਆ 1776 ਦੇ ਆਸ-ਪਾਸ ਉਹਨਾਂ ਦਾ ਸੰਵਿਧਾਨ ਬਣਿਆ ਸੀ, ਉਸ ਤੋਂ ਲੈ ਕੇ ਅੱਜ ਤੱਕ ਦੇਖਿਆ ਜਾਈਏ ਤਾਂ ਬਹੁਤ ਘੱਟ ਸੋਧਾਂ ਹੋਈਆਂ ਭਾਰਤ ਦੇ ਕੰਪੇਅਰ ਕਰੀਏ ਤਾਂ। ਲੇਕਿਨ ਭਾਰਤ ਦੇ ਵਿੱਚ ਦੇਖਿਆ ਜਾਏ ਤਾਂ 1947 ਤੋਂ ਲੈ ਕੇ ਅੱਜ 2021 ਤੱਕ ਹੀ ਕਮ ਸੇ ਕਮ 125 ਦੇ ਆਸ-ਪਾਸ ਜੋ ਹੈ ਅਮੈਂਡਮੈਂਟ ਹੋ ਚੁੱਕੀਆਂ।
ਲੇਕਿਨ ਭਾਰਤ ਦਾ ਸੰਵਿਧਾਨ ਇੰਨਾ ਲਚੀਲਾ ਵੀ ਨਹੀਂ ਹੈ ਕਿ ਉਹਨੂੰ ਈਜ਼ੀ ਨਾਲ ਸੋਧ ਕੀਤਾ ਜਾਵੇ। ਇਸ ਦਾ ਮਤਲਬ ਇਹ ਹੋਏਗਾ ਕਿ ਕੋਈ ਵੀ ਸਰਕਾਰ ਬਣੇਗੀ ਕਦੋਂ ਚਾਹੇ ਉਹ ਫੰਡਾਮੈਂਟਲ ਰਾਈਟ ਨੂੰ ਰਿਪੈਲ ਕਰ ਦੇਵੇ, ਜਾਂ ਡੀਪੀਐਸਪੀ ਜੋ ਦਿੱਤੇ ਹੋਏ ਆ ਉਹਨਾਂ ਨੂੰ ਰਿਪੈਲ ਕਰ ਦਿੱਤਾ ਜਾਵੇ। ਮਤਲਬ ਇੰਨਾ ਲਚੀਲਾ ਵੀ ਨਹੀਂ ਹੈ, ਠੀਕ ਹੈ। ਇਸ ਦੇ ਨਾਲ ਹੀ ਜੋ ਹੈ ਸੁਪਰੀਮ ਕੋਰਟ ਨੇ ਇੱਕ ਬੇਸਿਕ ਜੋ ਹੈ ਸਟਰਕਚਰ ਦੀ ਵੀ ਗੱਲ ਕੀਤੀ ਹੈ ਕੇਸ਼ਵਾਨੰਦ ਭਾਰਤੀ ਮਾਮਲੇ ਦੇ ਵਿੱਚ, ਜੋ 1973 ਦੇ ਵਿੱਚ ਹੋਇਆ ਸੀ। ਉਹਦੇ ਵਿੱਚ ਕੀ ਕਿਹਾ ਗਿਆ ਕਿ ਜੋ ਭਾਰਤ ਦੀ ਸਰਕਾਰ ਹੈ ਉਹ ਸੰਵਿਧਾਨ ਦੀ ਬੇਸਿਕ ਸਟਰਕਚਰ ਨੂੰ ਨਸ਼ਟ ਨਹੀਂ ਕਰ ਸਕਦੀ। ਬੇਸਿਕ ਸਟਰਕਚਰ ਬਾਰੇ ਆਪਾਂ ਪੜਾਂਗੇ ਨੈਕਸਟ ਕਲਾਸ ਦੇ ਵਿੱਚ ਕਿ ਬੇਸਿਕ ਸਟਰਕਚਰ ਹੈ ਕੀ, ਉਹਦੇ ਵਿੱਚ ਕਿਹੜੇ ਕਿਹੜੇ ਤੱਤ ਸ਼ਾਮਿਲ ਆ, ਠੀਕ ਹੈ। ਨੈਕਸਟ ਕੁਐਸਚਨ ਹੈ, ਹੂ ਕੋਲਡ ਇੰਡੀਅਨ ਫੈਡਰਲਿਜ਼ਮ ਐਜ਼ ਦੀ ਕੋਆਪਰੇਟਿਵ ਫੈਡਰਲਿਜ਼ਮ। ਮਤਲਬ ਜੋ ਭਾਰਤੀ ਸੰਘਵਾਦ ਹੈ ਉਸ ਨੂੰ ਸਹਿਕਾਰੀ ਸੰਘਵਾਦ ਕੌਣ ਕਹਿੰਦਾ ਹੈ? ਇੱਕ ਪਰਿਭਾਸ਼ਾ ਹੈ ਜੋ ਪੁੱਛੀ ਗਈ ਹੈ। ਆਪਸ਼ਨ ਏ ਹੈ ਜੀ ਆਸਟਿਨ, ਆਪਸ਼ਨ ਬੀ ਹੈ ਕੇਸੀ ਵੇਅਰ, ਆਪਸ਼ਨ ਸੀ ਹੈ ਸਰ ਆਈਜ਼ਰ ਜੇਨਿੰਗ, ਆਪਸ਼ਨ ਡੀ ਹੈ ਡੀ ਬਸੂ। ਸੋ ਇਸ ਦਾ ਰਾਈਟ ਆਂਸਰ ਹੈ ਜੀ ਆਸਟਿਨ, ਆਪਸ਼ਨ ਏ। नेक्स्ट क्वेश्चन है, नेक्स्ट क्वेश्चन है, देयर आर प्रोविजन इन दी कॉन्स्टिट्यूशन टू एनश्योर द इंडिपेंडेंस ऑफ। मतलब संविधान ਦੇ ਵਿੱਚ ਜੋ ਆਜ਼ਾਦੀ ਨੂੰ ਯਕੀਨ ਬਣਾਉਣ ਦੇ ਜੋ ਪ੍ਰੋਵੀਜ਼ਨ ਹਨ ਉਹ ਕਿਸ ਵਿੱਚ ਲਿਖਿਆ? ਆਪਸ਼ਨ ਏ ਹੈ ਪਾਰਲੀਮੈਂਟ, ਆਪਸ਼ਨ ਬੀ ਹੈ ਜੁਡੀਸ਼ਰੀ, ਆਪਸ਼ਨ ਸੀ ਹੈ ਸਿਟੀਜ਼ਨਸ਼ਿਪ, ਆਪਸ਼ਨ ਡੀ ਹੈ ਨਨ ਆਫ ਥੀਸ। ਸੋ ਇਸ ਦਾ ਰਾਈਟ ਆਂਸਰ ਹੈ ਆਪਸ਼ਨ ਬੀ। ਨਿਆਂਪਾਲਿਕਾ ਜੋ ਹੈ ਸੰਵਿਧਾਨ ਵਿੱਚ ਆਜ਼ਾਦੀ ਨੂੰ ਯਕੀਨੀ ਬਣਾਉਂਦਾ ਹੈ, ਜੋ ਆਪਾਂ ਨੂੰ ਫੰਡਾਮੈਂਟਲ ਰਾਈਟ ਦਿੱਤੇ ਹੋਏ ਆ। ਸੰਸਦ ਤਾਂ ਚਾਹੁੰਦੀ ਹੈ ਕਿ ਜੋ ਜਿੰਨਾ ਜਲਦੀ ਹੋ ਸਕੇ ਫੰਡਾਮੈਂਟਲ ਰਾਈਟ ਨੂੰ ਖਤਮ ਕੀਤਾ ਜਾਏ, ਕਿਉਂਕਿ ਫੰਡਾਮੈਂਟਲ ਰਾਈਟ ਜੋ ਨੇ ਉਹ ਸਰਕਾਰ ਦੇ ਹੱਥ ਬੰਨ ਕੇ ਰੱਖਦੇ ਆ, ਸਰਕਾਰ ਲਈ ਇੱਕ ਲਕਸ਼ਮਣ ਰੇਖਾ ਖਿੱਚ ਦਿੰਦੇ ਆ ਕਿ ਸਰਕਾਰ ਇਸ ਲਕਸ਼ਮਣ ਰੇਖਾ ਨੂੰ ਪਾਰ ਨਹੀਂ ਕਰ ਸਕੇਗੀ। ਜਿਵੇਂ ਲਕਸ਼ਮਣ ਨੇ ਸੀਤਾ ਮਾਤਾ ਲਈ ਲਕਸ਼ਮਣ ਰੇਖਾ ਖਿੱਚੀ ਸੀ ਕਿ ਇਸ ਨੂੰ ਪਾਰ ਨਹੀਂ ਕਰਨਾ, ਉਵੇਂ ਹੀ ਇੱਕ ਫੰਡਾਮੈਂਟਲ ਰਾਈਟ ਜੋ ਆ ਆਪਣੇ ਉਹ ਇੱਕ ਲਕਸ਼ਮਣ ਰੇਖਾ ਖਿੱਚਦੇ ਆ ਕਿ ਸਰਕਾਰ ਇਸ ਦਾਇਰੇ ਨੂੰ ਪਾਰ ਨਹੀਂ ਕਰ ਸਕੇਗੀ। ਇਸ ਤੋਂ ਪਾਰ ਆਏਗੀ ਤਾਂ ਉਹ ਕਾਨੂੰਨ ਜੋ ਹੈ ਸੰਵਿਧਾਨ ਦੁਆਰਾ असंवैधानिक घोषित किया जाएगा न्यायपालिका द्वारा, ठीक है। इसलिए जो अपनी बेसिक आज़ादी है उसनों न्यायपालिका ही यकीनी बनाती है। आर्टिकल 32 सुप्रीम कोर्ट ਨੂੰ ਰਿਟ ਜਾਰੀ ਕਰਨ ਦਾ ਜੋ ਹੈ ਦਿੰਦਾ ਹੈ। ਆਰਟੀਕਲ 2 to 6 ਜੋ ਹੈ ਹਾਈ ਕੋਰਟ ਨੂੰ ਦਿੰਦਾ ਹੈ ਅਧਿਕਾਰ ਕਿ ਆਜ਼ਾਦੀ ਨੂੰ ਯਕੀਨੀ ਬਣਾਇਆ ਜਾਵੇ। Which of the following countries enjoy a federal form of government? मतलब जो इन्हां विचों किहड़ा देश है सरकार दे संघी रूप का आनंद लेंदा है? ऑप्शन ए है चाइना, ऑप्शन बी है यूएसए, ऑप्शन सी है क्यूबा, ऑप्शन डी है बेल्जियम। सो इज द राइट आंसर तो सब नूं पता होएगा, बहुत ईजी क्वेश्चन है। ऑप्शन बी इज द राइट आंसर है यूएसए। चाइना दे विच क्योंकि फैडरलिज्म है ही नहीं, उत्थे सामवादी सरकार है, एक दल की सरकार है। सो यूएसए दे विच जो संघवाद है वो भारतीय संघवाद नालों डिफरेंस है, काफ़ी सारा डिफरेंस है। भारत अगर आप यूएसए की गल करिए तो उत्थे जो फैडरलिज्म है, जो स्टेट ने उन्होंने एक बराबर की अथॉरिटी दी गई है। मतलब हरेक जो स्टेट है उनके दो मैंबर जो है अगे जाके सदन के विच बैठते हैं। जिवें अपने राज सभा है, अपने ये नहीं गा कि हरेक स्टेट नूं इक्को जिन्नियां सीटां दित्तियां गईयां। अगर अपने भारत दे विच देखा जाए तो यूपी नूं 31 सीटां ने, सिक्किम दे विच सिर्फ एक सीट दित्ती गई है उन्हां नूं राज सभा लई, ठीक है। सो अपने जो है वो फैडरलिज्म एक सहकारी संघवाद की तरह काम कर रहा है, लेकिन यूएसए दे विच की है इक्को बराबर दा लैके चल रहा है। नेक्स्ट क्वेश्चन है, द मोस्ट एसेंशियल फीचर ऑफ द फेडरल गवर्नमेंट इज। मतलब जो संघी सरकार की सब तो जरूरी विशेषता है वो की है? ऑप्शन ए है डिवीजन ऑफ पावर बिटवीन द फेडरल एंड स्टेट गवर्नमेंट, ऑप्शन ए है संघी ਅਤੇ ਰਾਜ ਸਰਕਾਰ ਵਿੱਚ ਸ਼ਕਤੀ ਦੀ ਵੰਡ, ਆਪਸ਼ਨ ਬੀ ਹੈ ਸੁਪਰਮੈਸੀ ਆਫ ਪਾਰਲੀਮੈਂਟ मतलब संसद की सर्वोच्चता, ऑप्शन सी है न्यायपालिका की सर्वोच्चता, ऑप्शन डी है सिंगल सिटीजनशिप। कईयां दा आंसर डी आ रहा है, हैरान है यार मैं। जो संघी सरकार की सब तो जरूरी विशेषता है वो सिंगल सिटीजनशिप किवें हो सकती है? अगर संघी सरकार की सब तो जरूरी विशेषता सिंगल सिटीजनशिप है
ਤਾਂ ਅਮਰੀਕਾ ਦਾ ਫਿਰ ਸੰਘਵਾਦ ਆ, ਉਹ ਬਿਲਕੁਲ ਹੀ ਆਪਾਂ ਉਹਨੂੰ ਭੁੱਲ ਜਾਈਏ, ਉਹ ਵੀ ਤਾਂ ਸੰਘਵਾਦ ਹੈ, ਉੱਥੇ ਦੋਹਰੀ ਜੋ ਹੈ ਸਿਟੀਜ਼ਨਸ਼ਿਪ ਹੈ। ਸੋ ਇਸ ਦਾ ਰਾਈਟ ਆਂਸਰ ਹੈ ਆਪਸ਼ਨ ਏ। ਸੰਘੀ ਅਤੇ ਰਾਜ ਸਰਕਾਰਾਂ ਵਿੱਚ ਕੀ ਹੈ, ਸ਼ਕਤੀ ਦੀ ਵੰਡ ਹੁੰਦੀ ਹੈ। ਰਾਈਟ ਆਂਸਰ ਆਪਸ਼ਨ ਏ ਹੈ। ਠੀਕ ਹੈ। ਸੰਸਦ ਦੀ ਸਰਵਉੱਚਤਾ ਹਰੇਕ ਜੋ ਹੈ ਸੰਘ ਦੇ ਵਿੱਚ ਨਹੀਂ ਹੁੰਦੀ। ਆਪਣੇ ਭਾਰਤ ਦੇ ਵਿੱਚ ਗੱਲ ਕਰੀਏ ਤਾਂ ਭਾਰਤ ਵਿੱਚ ਸੰਵਿਧਾਨ ਦੀ ਸਰਵਉੱਚਤਾ ਹੈ, ਲੇਕਿਨ ਬ੍ਰਿਟੇਨ ਦੀ ਗੱਲ ਕਰੀਏ ਤਾਂ ਬ੍ਰਿਟੇਨ ਦੇ ਵਿੱਚ ਸੰਸਦ ਦੀ ਸਰਵਉੱਚਤਾ ਹੈ। ਨਿਆਂਪਾਲਿਕਾ ਦੀ ਸਰਵਉੱਚਤਾ ਤੇ ਸੰਸਦ ਦੀ ਸਰਵਉੱਚਤਾ ਦਾ ਇੱਕ ਆਪਾਂ ਕਾਮਨ ਜਿਹਾ ਫੈਕਟਰ ਲੈ ਕੇ ਚੱਲ ਸਕਦੇ ਹਾਂ ਕਿ ਭਾਰਤ ਦੇ ਵਿੱਚ ਇਹਨਾਂ ਦਾ ਦੋਵਾਂ ਦਾ ਕਾਮਨ ਜੋ ਫੈਕਟਰ ਹੈ ਉਹ ਲੈ ਕੇ ਅਪਣਾਇਆ ਗਿਆ। ਨਿਆਂਪਾਲਿਕਾ ਦੀ ਸਰਵਉੱਚਤਾ ਬੇਸਿਕਲੀ ਅਮਰੀਕਾ ਦੇ ਵਿੱਚ ਕਾਫੀ ਸਾਰੀ ਆਪਾਂ ਦੇਖਣ ਨੂੰ ਮਿਲਦੀ ਹੈ ਕਿ ਨਿਆਂਪਾਲਿਕਾ ਉੱਥੇ ਸਰਵਉੱਚ ਹੈ। ਨੈਕਸਟ ਕੁਐਸਚਨ ਹੈ, ਇਨ ਇੰਡੀਅਨ ਪੋਲਿਟੀ ਦੀ ਐਗਜ਼ੀਕਿਊਟਿਵ ਇਜ਼ ਸਬਆਰਡੀਨੇਟ ਆਫ ਦੀ, ਮਤਲਬ ਭਾਰਤੀ ਰਾਜ ਪ੍ਰਬੰਧ ਵਿੱਚ ਕਾਰਜਕਾਰੀ ਕਾਰਜਪਾਲਿਕਾ ਦੇ ਅਧੀਨ ਹੈ। ਆਪਸ਼ਨ ਏ ਹੈ ਨਿਆਂਪਾਲਿਕਾ, ਆਪਸ਼ਨ ਬੀ ਹੈ ਲੈਜਿਸਲੇਚਰ ਮਤਲਬ ਵਿਧਾਨ ਸਭਾ, ਆਪਸ਼ਨ ਸੀ ਹੈ ਇਲੈਕਸ਼ਨ ਕਮਿਸ਼ਨ ਮਤਲਬ ਚੋਣ ਕਮਿਸ਼ਨ, ਜਿਹਨੂੰ ਨਿਰਵਾਚਨ ਆਯੋਗ ਵੀ ਕਹਿੰਦੇ ਆ, ਚੁਣਾਵ ਆਯੋਗ ਵੀ ਕਹਿ ਦਿੱਤਾ ਜਾਂਦਾ ਹੈ। ਆਪਸ਼ਨ ਡੀ ਹੈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ, UPSC। ਸੋ ਇਸ ਦਾ ਰਾਈਟ ਆਂਸਰ ਜੋ ਹੈ ਆਪਸ਼ਨ ਬੀ ਹੈ, ਵਿਧਾਨ ਸਭਾ। ਭਾਰਤੀ ਰਾਜ ਪ੍ਰਬੰਧ ਵਿੱਚ ਜੋ ਕਾਰਜਕਾਰੀ ਕਾਰਜਪਾਲਿਕਾ ਹੈ ਉਹ ਕਿਸ ਦੇ ਅਧੀਨ ਹੈ? ਅਗਰ ਆਪਾਂ ਸਟੇਟ ਦੀ ਗੱਲ ਕਰੀਏ, ਸਟੇਟ ਦੇ ਵਿੱਚ ਵਿਧਾਨ ਸਭਾ ਦੇ, ਔਰ ਸੈਂਟਰ ਦੀ ਗੱਲ ਕਰੀਏ ਤਾਂ ਸੈਂਟਰ ਦੇ ਵਿੱਚ ਲੋਕ ਸਭਾ ਦੇ, ਔਰ ਸਮੂਹਿਕ ਰੂਪ ਦੇ ਵਿੱਚ ਜ਼ਿੰਮੇਵਾਰ ਹੈ, ਕੋਈ ਇੱਕ ਮੰਤਰੀ ਨਹੀਂ ਜ਼ਿੰਮੇਵਾਰ ਹੈ। ਬ੍ਰਿਟੇਨ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਅਗਰ ਕੋਈ ਬਿੱਲ ਪਾਸ ਹੋ ਰਿਹਾ ਤਾਂ ਉਹਦੇ ਵਿੱਚ ਮੰਤਰੀ ਦੇ ਸਾਈਨ ਹੁੰਦੇ ਆ, ਉਸ ਬਿੱਲ ਲਈ ਪਾਸ ਹੋਣ ਲਈ ਉਹ ਮੰਤਰੀ ਜ਼ਿੰਮੇਵਾਰ ਹੁੰਦਾ ਹੈ। ਉੱਥੇ ਇਹ ਕਿਹਾ ਜਾਂਦਾ ਹੈ ਕਿ ਰਾਜਾ ਕਦੇ ਦੋਸ਼ੀ ਨਹੀਂ ਹੋ ਸਕਦਾ, ਮਤਲਬ ਰਾਜਾ ਕਦੀ ਦੋਸ਼ੀ ਨਹੀਂ ਹੋ ਸਕਦਾ। ਲੇਕਿਨ ਭਾਰਤ ਦੇ ਵਿੱਚ ਇਹ ਹੈ ਕਿ ਕੋਈ ਵੀ ਮੰਤਰੀ ਜੋ ਹੈ ਉਸ ਦੇ ਉੱਪਰ ਸਾਈਨ ਨਹੀਂ ਕਰਦਾ ਬਿੱਲ ਦੇ ਉੱਪਰ, ਸਿਰਫ ਰਾਸ਼ਟਰਪਤੀ ਦੀ ਮੋਹਰ ਲੱਗਦੀ ਹੈ, ਉਸਦੇ ਸਾਈਨ ਹੁੰਦੇ ਆ, ਉਸ ਦੇ ਦੁਆਰਾ ਹੀ ਬਿੱਲ ਜੋ ਹੈ ਜਾਰੀ ਕੀਤੇ ਜਾਂਦੇ ਆ ਉਸ ਦੇ ਨਾਂ ਦੇ ਉੱਪਰ। ਠੀਕ ਹੈ। ਸੋ ਇੰਨੇ ਹੀ ਸੀ ਅੱਜ ਦੇ ਕੁਐਸਚਨ, ਕਿਸੇ ਦਾ ਕੋਈ ਡਾਊਟ ਹੈ ਤਾਂ ਪੁੱਛ ਸਕਦਾ। ਸਿਰਫ 5-7 ਮਿੰਟ ਦਾ ਜ਼ੂਮ ਮੀਟਿੰਗ ਹੋਰ ਪੈਂਡਿੰਗ। ਅਨਮਿਊਟ ਕਰਨ ਲੱਗਿਆ 1 by 1। ਸਭ ਤੋਂ ਪਹਿਲਾਂ ਦੱਸ ਦਿਓ ਕਿ ਕਿਹਦੇ ਸਭ ਤੋਂ ਵੱਧ ਰਾਈਟ ਗਏ ਆ। ਹਾਂਜੀ ਕਰ ਸਕਦੇ ਹੋ ਅਨਮਿਊਟ। ਹੋ ਰਿਹਾ ਸੰਜੇ ਕਰਕੇ? ਓਕੇ। ਹਾਂਜੀ ਨਮਸਕਾਰ, ਗੁਰਮੁਖ ਸਿੰਘ। ਹਾਂਜੀ ਹਰਦੀਪ ਸਿੰਘ। ਹਾਂਜੀ ਬੋਲੋ। ਇੱਕ ਨਾ ਸਿੱਖਿਆ ਵਾਲਾ ਤੁਸੀਂ ਸਮਝਾ ਰਹੇ ਸੀ, ਜਿਹੜਾ ਸਿੱਖਿਆ ਦਾ ਐਕਟ ਸ਼ਾਸਕੀ ਸੋਧ 2002 ਵਾਲਾ ਸਿਸਟਮ ਵਾਲਾ ਹੈਗਾ ਨਾ ਜੀ। ਹਾਂਜੀ। ਇੱਕ ਸਰ ਨਵੀਂ ਸਿੱਖਿਆ ਦੇ ਜਿਹੜੀ ਨਵੀਂ ਸੋਰੀ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ 2020। ਜੀ ਨਿਊ ਐਜੂਕੇਸ਼ਨ ਪਾਲਿਸੀ 2020 ਦੀ ਗੱਲ ਕਰ ਰਹੇ ਹੋ? ਹਾਂ ਨਹੀਂ ਸਰ, 1 ਅਪ੍ਰੈਲ 2010 ਨੂੰ ਆਈ ਸੀ ਉਹ ਸਰ ਸਿੱਖਿਆ ਕੀਤੀ। ਉਹ ਰਾਈਟ ਟੂ ਐਜੂਕੇਸ਼ਨ ਐਕਟ ਸੀ 2009, ਲਾਗੂ ਹੋਇਆ ਸੀ 1 ਅਪ੍ਰੈਲ 2010 ਤੋਂ। ਸਿੱਖਿਆ ਨਾਲ ਰਿਲੇਟ ਕਰ ਸਕਦੇ ਹਾਂ। ਅਗਰ ਕੋਈ ਤੁਸੀਂ ਮੇਨਸ ਵਗੈਰਾ ਦਾ ਐਗਜ਼ਾਮ ਲਿਖ ਰਹੇ ਹੋ ਤਾਂ ਉਹਦੇ ਵਿੱਚ ਕਾਫੀ ਸਾਰੀਆਂ ਤੁਹਾਨੂੰ, ਅਗਰ ਐਜੂਕੇਸ਼ਨ ਤੇ ਕੁਐਸਚਨ ਆਉਂਦਾ ਤਾਂ ਉਹਦੇ ਵਿੱਚ ਤੁਹਾਨੂੰ ਇਹ ਫੈਕਟ ਪਾਉਣੇ ਪੈਣਗੇ। ਅਗਰ ਤੁਸੀਂ ਕੋਈ ਆਬਜੈਕਟਿਵ ਟਾਈਪ ਪੇਪਰ ਦੀ ਤਿਆਰੀ ਕਰ ਰਹੇ ਹੋ, ਸਿਰਫ ਇਹ ਜਾਣ ਲਓ ਕਿ ਕੋਈ ਸੋਧ ਕਦੋਂ ਹੋਈ ਸੀ ਤੇ ਉਹਦੇ ਵਿੱਚ ਕੀ ਪ੍ਰੋਵੀਜ਼ਨ ਕੀਤੀ ਗਈ ਸੀ। ਓਕੇ। ਹਾਂਜੀ ਕਿਸੇ ਹੋਰ ਦਾ ਡਾਊਟ? 11ਵਾਂ 11 91 ਹਾਂ 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 ਹਾਂ। ਕਿਸੇ ਦਾ ਮੈਸੇਜ ਆਇਆ? ਓਕੇ ਮੈਂ ਦੇਖਦਾ। ਆਹੀ ਹੈ ਨਾ, ਭਾਰਤ ਦੇ ਸੰਵਿਧਾਨ ਵਿੱਚ ਕਿਹੜੀ ਸੋਧ ਮੰਤਰੀਆਂ ਦੀ ਗਿਣਤੀ ਨੂੰ ਸੀਮਿਤ ਕਰਦੀ ਹੈ? 91 ਹੈ ਸੋਧ ਜੋ ਹੈ ਉਹ ਮੰਤਰੀਆਂ ਦੀ ਗਿਣਤੀ ਨੂੰ ਸੀਮਿਤ ਕਰਦੀ ਹੈ। 73ਵੀਂ ਸੋਧ ਦੇ ਵਿੱਚ ਤਾਂ ਪੰਚਾਇਤੀ ਰਾਜ ਦੀ ਵਿਵਸਥਾ ਕੀਤੀ ਗਈ ਸੀ। 86ਵੀਂ ਸੋਧ ਬਾਰੇ ਆਪਾਂ ਗੱਲ ਕਰ ਲਈ ਹੈ। ਠੀਕ ਹੈ। 91 ਹੀ ਸੀ ਜਿਹਦੇ ਵਿੱਚ ਅਮੈਂਡਮੈਂਟ ਕੀਤੀ ਗਈ ਸੀ। ਨਾਲ ਆਰਟੀਕਲ 21 ਦੇ ਵਿੱਚ ਜੋ ਹੈ
1A ਦੇ ਵਿੱਚ ਜੋ ਹੈ ਸਿੱਖਿਆ ਦਾ ਪ੍ਰੋਵੀਜ਼ਨ ਕੀਤਾ ਗਿਆ। ਉਹ ਸੌਰੀ, ਇਹ ਤਾਂ ਹੋਰ ਹੀ ਲੈ ਗਿਆ ਮੈਂ। ਮੰਤਰੀਆਂ ਦੀ ਇਹਦੇ ਵਿੱਚ ਇਹ ਗੱਲ ਕੀਤੀ ਗਈ ਸੀ। ਹਾਂ ਹਾਂ ਠੀਕ ਹੈ। ਮੰਤਰੀਆਂ ਦੀ ਇਹਦੇ ਵਿੱਚ ਇਹ ਗੱਲ ਕੀਤੀ ਗਈ ਸੀ ਕਿ 15% ਦਾ ਕੋਟਾ ਨਾਲ ਹੀ ਨਿਰਧਾਰਿਤ ਕੀਤਾ ਗਿਆ ਸੀ, ਕਿਉਂਕਿ ਐਂਟੀ ਡਿਫੈਕਸ਼ਨ ਲੋ ਜੋ ਸੀ ਉਹਦੇ ਕਰਕੇ ਦਲ ਬਦਲੀ ਜੋ ਹੈ ਰੁਕ ਨਹੀਂ ਰਹੀ ਸੀ, ਭ੍ਰਸ਼ਟਾਚਾਰ ਨਹੀਂ ਰੁਕ ਰਿਹਾ ਸੀ। ਲੋਕ ਆਪਣੀ ਪਾਰਟੀਆਂ ਨੂੰ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਆ ਰਹੇ ਸੀ, ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਖਰੀਦਿਆ ਜਾ ਰਿਹਾ ਸੀ, ਖਰੀਦ ਫਰੋਖਤ ਹੋ ਰਹੀ ਸੀ ਮਤਲਬ। ਸੋ ਗਵਰਨਮੈਂਟ ਨੇ ਕੀ ਕੀਤਾ ਕਿ ਇੱਕ ਅਮੈਂਡਮੈਂਟ ਕਰਤੀ ਕਨਸਟੀਟਿਊਸ਼ਨ ਦੇ ਵਿੱਚ ਇਸ ਦਲ ਬਦਲੀ ਨੂੰ ਰੋਕਣ ਲਈ, ਕਿ ਕੋਈ ਵੀ ਜੋ ਹੈ ਉਹ ਸੀਟ ਖਰੀਦੀ ਨਾ ਜਾ ਸਕੇ, ਕੋਈ ਵੀ ਅਗਰ MP ਜਾਂ MLA ਬਣਿਆ ਉਹਨੂੰ ਖਰੀਦਿਆ ਨਾ ਜਾ ਸਕੇ, ਸਿਰਫ ਮੰਤਰੀ ਬਣਾਉਣ ਦੇ ਲਈ। ਕਿਉਂਕਿ ਇਸ ਤਰ੍ਹਾਂ ਕੀ ਸੀ, ਇੱਕ ਸਥਾਈ ਸਰਕਾਰ ਦੀ ਜੋ ਸੀ ਉਹ ਖਤਮ ਹੋ ਰਹੀ ਸੀ, ਸੈਂਟਰ ਦੇ ਵਿੱਚ ਵੀ ਸਟੇਟ ਦੇ ਵਿੱਚ ਵੀ। ਠੀਕ ਹੈ, ਇਸ ਲਈ ਇਹ ਸੋਧ ਕੀਤੀ ਗਈ ਸੀ। ਲੇਕਿਨ ਇਹ ਵੀ ਪ੍ਰੋਵੀਜ਼ਨ ਕਰਦੀ ਹੈ ਕਿ 12 ਤੋਂ ਘੱਟ ਮੰਤਰੀ ਨਹੀਂ ਹੋ ਸਕਦੇ ਕਿਸੇ ਸਟੇਟ ਜਾਂ ਯੂਨੀਅਨ ਟੈਰੀਟਰੀ ਦੇ ਵਿੱਚ ਅਗਰ ਵਿਧਾਨ ਸਭਾ ਹੈ। ਦਿੱਲੀ ਦੀ ਗੱਲ ਕਰੀਏ, ਦਿੱਲੀ ਵਿੱਚ 70 ਸੀਟਾਂ ਹੈ, 70 ਸੀਟਾਂ ਦਾ 15% ਜੋ ਕੋਟਾ ਉਹ 10 ਤੋਂ ਵੀ ਥੱਲੇ ਰਹਿ ਜਾਂਦਾ ਹੈ। ਠੀਕ ਹੈ, 7 ਤਾਂ ਸਿਰਫ 10% ਹੋ ਗਿਆ ਔਰ 3.5 ਹੋ ਗਿਆ, ਮਤਲਬ 10.5 ਜਾਂ 11 ਦੇ ਵਿੱਚ ਕਹਿ ਲਓ ਕਿ 11 ਜੋ ਹੈ ਉਹ 15% ਬਣ ਰਿਹਾ। ਲੇਕਿਨ ਨਾਲ ਪ੍ਰੋਵੀਜ਼ਨ ਕੀਤੀ ਕਿ 12 ਤੋਂ ਘੱਟ ਨਹੀਂ ਹੋ ਸਕਦਾ। ਲੇਕਿਨ ਉੱਥੇ ਹੀ ਆਪਾਂ ਗੱਲ ਕਰੀਏ ਗੋਆ ਦੇ ਵਿੱਚ, ਗੋਆ ਦੇ ਵਿੱਚ ਮਿਜ਼ੋਰਮ ਦੇ ਵਿੱਚ ਜੋ ਸੀਟਾਂ ਹੈ ਉਹ 30 ਔਰ 40 ਨੇ। ਉੱਥੇ ਅਗਰ ਕੋਟੇ ਦੀ ਗੱਲ ਕਰੀਏ ਤਾਂ 3% ਸਿਰਫ 5 ਜਾਂ 6 ਮੰਤਰੀ ਬਣਨਗੇ, ਲੇਕਿਨ ਨਾਲ ਪ੍ਰੋਵੀਜ਼ਨ ਕੀਤੀ ਕਿ 12 ਤੋਂ ਘੱਟ ਮੰਤਰੀ ਨਹੀਂ ਹੋ ਸਕਦੇ। ਠੀਕ ਹੈ, ਹੋਰ ਕਿਸੇ ਦਾ ਕੋਈ ਡਾਊਟ ਹੈ? ਮੈਸੇਜ ਮੈਂ ਕਿਸੇ ਦੇ ਰੀਡ ਨਹੀਂ ਕੀਤੇ। ਸੰਜੇ ਤੂੰ ਕਰ ਰਿਹਾ ਤਾਂ ਠੀਕ ਹੈ, ਕਿਉਂਕਿ ਕਾਫੀ ਸਾਰੇ ਮੈਸੇਜ ਆ ਯਾਰ, ਇੰਨੇ ਪੜ੍ਹਨੇ ਬਹੁਤ ਟਾਈਮ ਲੱਗ ਜਾਏਗਾ। ਅਗਰ ਕਿਸੇ ਦਾ ਡਾਊਟ ਹੈ ਤਾਂ ਉਹ ਅਨਮਿਊਟ ਕਰਕੇ ਪੁੱਛ ਸਕਦਾ ਹੈ। ਹਾਂਜੀ ਹਰਦੀਪ। ਹਾਂਜੀ ਦੇਖੋ, ਸੈਂਟਰ ਮਿਨਿਸਟਰ ਦੇ ਵਿੱਚ ਤੁਸੀਂ ਸਿਰਫ ਇਹ ਯਾਦ ਰੱਖੋ ਸਿੱਖਿਆ ਮੰਤਰੀ ਕੌਣ ਹੈ, ਫੋਰਨ ਮਿਨਿਸਟਰ ਕੌਣ ਹੈ, ਔਰ ਜੋ ਹੈ ਰੱਖਿਆ ਮੰਤਰੀ ਕੌਣ ਹੈ। ਪ੍ਰਧਾਨ ਮੰਤਰੀ ਬਾਰੇ ਤਾਂ ਸਭ ਨੂੰ ਹੀ ਪਤਾ ਹੁੰਦਾ, ਇਹ ਵੀ ਕੁਐਸਚਨ ਆ ਜਾਂਦਾ। ਸੋ ਮੇਨਲੀ ਜੋ ਮੇਨ ਚੀਜ਼ਾਂ ਨੇ ਉਹ ਉਹਨਾਂ ਨੂੰ ਯਾਦ ਰੱਖੋ। ਸਾਰੇ ਮੰਤਰੀ ਪਰਿਸ਼ਦ ਨੂੰ ਯਾਦ ਰੱਖਣਾ ਬਹੁਤ ਡਿਫੀਕਲਟ ਹੈ, ਯਾਦ ਰਹਿਣਗੇ ਵੀ ਨਹੀਂ ਤੁਹਾਨੂੰ ਨਾਮ। ਹੈਲਥ ਮਿਨਿਸਟਰ ਯਾਦ ਰੱਖ ਲਓ, ਹੈਲਥ ਮਿਨਿਸਟਰ ਤੇ ਕੁਐਸਚਨ ਆਉਣ ਦੇ ਚਾਂਸ ਕਾਫੀ ਆ, ਕਿਉਂਕਿ ਹੈਲਥ ਨੂੰ ਲੈ ਕੇ ਕਾਫੀ ਸਾਰੇ ਦੇਸ਼ ਦੇ ਵਿੱਚ ਪ੍ਰੋਬਲਮ ਚੱਲ ਰਹੀਆਂ। ਕੋਵਿਡ ਚੱਲ ਰਿਹਾ, ਫੰਗਸ ਚੱਲ ਰਹੀ ਹੈ, ਬਲੈਕ ਫੰਗਸ, ਯੈਲੋ ਫੰਗਸ, ਵਾਈਟ ਫੰਗਸ। ਸੋ ਹੈਲਥ ਮਿਨਿਸਟਰ ਨੂੰ ਦਾ ਨਾਮ ਯਾਦ ਰੱਖ ਲਓ, ਇੱਕ ਸਟੇਟ ਦਾ, ਇੱਕ ਸੈਂਟਰ ਦਾ। ਹਰਿਆਣੇ ਚ 90, 90। ਹਾਂਜੀ ਹਾਂਜੀ। ਰਾਜ ਸਭਾ ਦੀਆਂ ਪੰਜਾਬ ਵਿੱਚ ਤਾਂ ਯਾਰ 13 ਨੇ, 13 ਔਰ 7 ਨੇ। ਹਰਿਆਣੇ ਦੀਆਂ ਮੈਨੂੰ ਸ਼ੋਰ ਨਹੀਂ, ਯਾਦ ਨਹੀਂ ਆ ਰਿਹਾ, ਬਾਕੀ ਮੈਂ ਦੱਸ ਦਾਂਗਾ ਕੱਲ ਤੱਕ। ਤੁਸੀਂ ਹਰਿਆਣੇ ਤੋਂ? ਫਿਰ ਪੰਜਾਬ ਬਾਰੇ ਪਤਾ ਕਰੋ ਨਾ, ਪੰਜਾਬ ਦਾ ਐਗਜ਼ਾਮ ਦੇ ਰਹੇ ਹੋ, ਹਰਿਆਣੇ ਚ ਆਪਾਂ ਹਰਿਆਣੇ ਬਾਰੇ ਨਹੀਂ ਪੁੱਛਣਗੇ ਕਿ ਹਰਿਆਣੇ ਦੀ ਸੀਟਾਂ ਕਿੰਨੀਆਂ। ਪੰਜਾਬ ਦੀਆਂ 13 ਔਰ 7 ਨੇ, 13 ਲੋਕ ਸਭਾ ਵਿੱਚ, 7 ਰਾਜ ਸਭਾ ਵਿੱਚ। SST ਪੋਲਟੀ ਦੇ ਵਿੱਚ 5 ਸੀਟਾਂ ਹਰਿਆਣੇ ਰਾਜ ਸਭਾ ਦੇ ਵਿੱਚ। ਹਾਂਜੀ ਹਾਂ, ਤੁਹਾਨੂੰ ਆਨਸਰ ਮਿਲ ਗਿਆ ਹਰਦੀਪ, 5 ਸੀਟਾਂ ਰਾਜ ਸਭਾ ਦੇ ਵਿੱਚ। ਓਕੇ, ਹੋਰ ਕਿਸੇ ਦਾ? ਮਨਜੋਤ ਕੌਰ, ਇੱਕ ਮਿੰਟ ਸੰਜੇ, ਇੱਕ ਮਿੰਟ ਸੰਜੇ, ਮਨਜੋਤ ਕੌਰ ਹੈਂਡ ਰੇਜ਼ ਕੀਤਾ ਆ। ਭਾਰਤੀ ਰਾਜ ਪ੍ਰਬੰਧ ਵਿੱਚ ਕਾਰਜਕਾਰੀ ਕਾਰਜਪਾਲਿਕਾ ਦੇ ਅਧੀਨ ਹੈ, ਮਤਲਬ ਜੋ ਆਪਣੀ ਕਾਰਜਪਾਲਿਕਾ ਹੈ ਉਹ ਕਿਸ ਦੇ ਅਧੀਨ ਹੈ? ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ ਦੇ ਅਧੀਨ ਹੈ, ਅਗਰ ਆਪਾਂ ਸਟੇਟ ਦੀ ਗੱਲ ਕਰੀਏ। ਸੈਂਟਰ ਦੇ ਵਿੱਚ ਲੋਕ ਸਭਾ ਦੇ ਅਧੀਨ ਹੈ। ਠੀਕ ਹੈ, ਅਗਰ ਲੋਕ ਸਭਾ ਦੇ ਵਿੱਚ ਕਾਰਜਪਾਲਿਕਾ ਨੂੰ ਬਹੁਮਤ ਨਹੀਂ ਰਹੇਗਾ ਤਾਂ ਉਹਨਾਂ ਦੀ ਸਰਕਾਰ ਡਿੱਗ ਜਾਏਗੀ। ਇਸ ਲਈ ਜੋ ਕਾਰਜਪਾਲਿਕਾ ਦੇ ਅਧੀਨ ਹੈ, ਕਾਰਜਪਾਲਿਕਾ ਅਵਿਸ਼ਵਾਸ ਪ੍ਰਸਤਾਵ ਪਾਸ ਕਰਕੇ ਜੋ ਹੈ, ਉਹ ਸੋਰੀ ਵਿਧਾਨ ਪਾਲਿਕਾ ਅਵਿਸ਼ਵਾਸ ਪ੍ਰਸਤਾਵ ਪਾਸ ਕਰਕੇ ਕਾਰਜਪਾਲਿਕਾ ਨੂੰ ਡੇਗ ਸਕਦੀ ਹੈ ਕਦੋਂ ਵੀ।
ਉਹ ਸਮੂਹਿਕ ਰੂਪ ਦੇ ਵਿੱਚ ਜ਼ਿੰਮੇਵਾਰ ਹੈ ਕਾਰਜਪਾਲਿਕਾ ਵਿਧਾਨ ਸਭਾ ਦੇ ਪ੍ਰਤੀ, ਸੈਂਟਰ ਦੇ ਵਿੱਚ ਲੋਕ ਸਭਾ ਦੇ ਪ੍ਰਤੀ। ਓਕੇ, ਹਾਂਜੀ, ਹੋਰ ਕਿਸੇ ਦਾ ਡਾਊਟ? ਆਫਟਰ 2 ਮਿੰਟ ਬਾਅਦ ਮੀਟਿੰਗ ਓਵਰ ਹੋ ਜਾਏਗੀ ਆਟੋਮੈਟਿਕਲੀ। ਕਿਸੇ ਦਾ ਡਾਊਟ ਹੈ ਤਾਂ ਪੁੱਛ ਸਕਦਾ। ਸੰਜੇ ਮੈਸੇਜ ਆ ਰਿਹਾ ਕਿਸੇ ਦਾ ਕੋਈ ਹੋਰ ਡਾਊਟ ਦਾ? ਓਕੇ, ਹੈਂਡ ਰੇਜ਼ ਕਿਸੇ ਨੇ ਹੋਰ ਨੇ ਨਹੀਂ ਕੀਤਾ। ਚਲੋ ਠੀਕ ਹੈ ਫਿਰ। ਓਕੇ, ਕਰਦੇ ਹਾਂ।